ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 386 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਆਸਾ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਸ਼ਬਦ ਜਿਹੜੇ ਲੜੀ ਦਾ 10ਵਾਂ ਸ਼ਬਦ ਹੈਗਾ, ਔਰ ਸੀਰੀਅਲ ਵਾਈਜ਼ ਜਿਹੜਾ ਹੈਗਾ 61ਵਾਂ ਸ਼ਬਦ ਹੈਗਾ 61 ਅੰਗ 386। ਆਸਾ ਮਹੱਲਾ ਪੰਜਵਾਂ। ਊਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਊਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਅਸੀਂ 386 ਅੰਗ 'ਤੇ ਹੈਗੇ ਜੀ, ਸ਼ੁਰੂ ਕਰਨ ਲੱਗੇ ਹਾਂ। ਮਹਾਰਾਜ ਜਿਹੜੇ ਆਪਾਂ ਨੂੰ ਗਿਆਨ ਦੇ ਰਹੇ ਆ ਭਾਈ, ਜਿਹੜਾ ਇਹ ਕੰਮ ਹੈਗਾ ਉਹ ਮਾਲਕ ਪਰਮਾਤਮਾ ਨੂੰ, ਤੂੰ ਇਕੱਲਾ ਨਹੀਂ ਹੈਗਾ, ਇਹ ਯਾਦ ਰੱਖ ਲੈ। ਜੀਵਨ ਦੇ ਵਿੱਚ ਤੂੰ ਇਕੱਲਾ ਕਦੀ ਵੀ ਨਹੀਂ ਰਹਿ ਸਕਦਾ, ਕਦੀ ਹੋ ਹੀ ਨਹੀਂ ਸਕਦਾ ਇਕੱਲਾ। ਤੇਰੇ ਨਾਲ ਉਹ ਮਾਲਕ ਪਰਮਾਤਮਾ ਹਮੇਸ਼ਾ ਹੀ ਤੇਰੇ ਅੰਦਰ ਹੈਗਾ, ਅੰਦਰ ਬਾਹਰ ਹਰ ਜਗ੍ਹਾ ਤੂੰ ਪਰਮਾਤਮਾ ਦੇ ਅੰਦਰ ਆ। ਤੂੰ ਇਕੱਲਾ ਹੈ ਨਹੀਂ ਕਦੀ ਵੀ, ਉਹ ਮਾਲਕ ਤੈਨੂੰ ਹਮੇਸ਼ਾ ਦੇਖ ਰਿਹਾ ਹੈ। ਔਰ ਤੇਰੀ ਆਤਮਾ ਜਿਹੜੀ ਹੈਗੀ ਪਰਮਾਤਮਾ ਦਾ ਅੰਸ਼ ਹੈਗੀ ਆ। ਆਸਾ ਮਹੱਲਾ ਪੰਜਵਾਂ। ਊਠਤ ਬੈਠਤ ਸੋਵਤ ਧਿਆਈ ਹੈ। ਇਸ ਕਰਕੇ ਪਿਆਰਿਆ, ਹੁਣ ਇਹ ਉੱਠਦੇ ਬੈਠਦੇ ਸੌਂਦੇ ਧਿਆਨ ਕਰਨਾ ਚਾਹੀਦਾ ਹੈ। ਇਹ ਉੱਠਦੇ ਬੈਠਦੇ ਸੌਂਦੇ ਦਾ ਕੀ ਮਤਲਬ ਹੈਗਾ ਭਾਈ? ਜੇ ਤੂੰ ਉੱਠਿਆ ਹੋਇਆ ਆ, ਇਹ ਥੋੜ੍ਹੀ ਨਾ ਕਿ ਖਾਲੀ ਉੱਠਦੇ ਸਮੇਂ ਉੱਠਣ ਲੱਗੇ ਤੇ ਬੈਠਣ ਲੱਗੇ ਤੇ ਸੌਣ ਲੱਗੇ ਤੇ ਧਿਆਨ ਕਰ ਲਓ ਨਾ। ਮਹਾਰਾਜ ਕਹਿੰਦੇ ਜਿਹੜੀ ਵੀ ਕੰਡੀਸ਼ਨ 'ਤੇ ਜਦੋਂ ਵੀ ਤੂੰ ਹੈਗਾ, ਮਾਲਕ ਨੂੰ ਹਮੇਸ਼ਾ ਯਾਦ ਰੱਖ। ਜੇ ਉੱਠਿਆ ਹੋਇਆ ਬੈਠਿਆ ਹੋਇਆ ਸੁੱਤਾ ਪਿਆ ਤਾਂ ਵੀ ਜਿਹੜਾ ਹੈਗਾ ਤੇਰਾ ਧਿਆਨ ਮਾਲਕ ਦੇ ਨਾਲ ਹੀ ਹੋਣਾ ਚਾਹੀਦਾ ਹੈ। ਉੱਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਜੇ ਕਿਤੇ ਜਾ ਰਿਹਾ ਜਾਂ ਮਾਰਗ 'ਤੇ ਹੈਗਾ ਤਾਂ ਵੀ ਜਿਹੜਾ ਹੈਗਾ ਮਾਲਕ ਨੂੰ ਜਿਹੜਾ ਹੈਗਾ ਪਿਆਰ ਦੇ ਨਾਲ ਮਾਲਕ ਨੂੰ ਪੁਕਾਰ, ਯਾਦ ਕਰ ਮਾਲਕ ਪਰਮਾਤਮਾ ਨੂੰ, ਉਹਦਾ ਸਿਮਰਨ ਕਰ। ਤੇਰੀ ਯਾਤਰਾ ਜਿਹੜੀ ਹੈਗੀ ਸੁਖੈਨੀ ਹੋ ਜਾਏਗੀ। ਸਰਵਣ ਸੁਨੀਜੈ ਅੰਮ੍ਰਿਤ ਕਥਾ। ਔਰ ਕੰਨਾਂ ਦੇ ਨਾਲ ਜਿਹੜੀ ਹੈਗੀ ਆ ਅੰਮ੍ਰਿਤ ਕਥਾ ਸੁਣ। ਸਰਵਣ ਸੁਨੀਜੈ ਅੰਮ੍ਰਿਤ ਕਥਾ। ਜਾਸ ਸੁਨੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ ਰਹਾਓ। ਹੁਣ ਇਹ ਅੰਮ੍ਰਿਤ ਕਥਾ ਕਿਹੜੀ ਹੈਗੀ ਆ? ਸਰਵਣ ਸੁਣੀ ਜੇ ਅੰਮ੍ਰਿਤ ਕਥਾ। ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ ਰਹਾਓ। ਔਰ ਰਹਾਓ ਦੀ ਪੰਕਤੀ ਹੈਗੀ, ਔਰ ਮਨ ਦੇ ਵਿੱਚ ਆਨੰਦ ਹੋਣਾ ਹੈ, ਔਰ ਦੁੱਖ ਤੇ ਰੋਗ ਸਾਰੇ ਦੇ ਸਾਰੇ ਲੱਥ ਜਾਣੇ ਆ। ਔਰ ਸਾਰੀ ਬਾਣੀ ਕਹਿੰਦੀ ਆ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਸ਼ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਫਿਰ ਪਹਿਲੀ ਪਾਤਸ਼ਾਹ ਕਹਿੰਦੀ ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ। ਫਿਰ ਮਹਾਰਾਜ ਤਾਂ ਕਹਿ ਰਹੇ ਇੱਥੇ ਜਿਹੜੀ ਸਰਵਣ ਸੁਣੀ ਜੇ ਅੰਮ੍ਰਿਤ ਕਥਾ। ਜੇ ਹੁਣ ਜਿਹੜਾ ਹੈਗਾ ਆਪਾਂ ਇਹ ਗੁਰੂ ਦੀ ਮੱਤ ਜਿਹੜੀ ਹੈਗੀ ਇਹਨੂੰ ਇੱਥੇ ਲਗਾਈਏ ਤੇ ਇਹ ਵੀ ਤਾਂ ਅੰਮ੍ਰਿਤ ਬਾਣੀ ਹੈਗੀ ਆ, ਇਹ ਵੀ ਬ੍ਰਹਮ ਬਾਣੀ ਹੈਗੀ ਆ। ਪਰ ਫਿਰ ਜਿਹੜਾ ਹੈਗਾ ਫਿਰ ਇਸ ਬਾਣੀ ਦੀ ਗੱਲ ਕਰਨੀ ਚਾਹੀਦੀ ਸੀ ਮਹਾਰਾਜ ਨੂੰ। ਫਿਰ ਉੱਥੇ ਜਿਹੜਾ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਕਿਉਂ ਕਹਿ ਰਹੇ ਮਹਾਰਾਜ? ਸਰਵਣ ਸੁਣੀ ਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ। ਕਹਿੰਦੇ ਮਨ ਤੋਂ ਸਾਰੇ ਲੱਥ ਜਾਣਗੇ, ਆਨੰਦ ਹੋ ਜਾਏਗਾ ਤੈਨੂੰ। ਉਹ ਸੁਣਨੀ ਹੈਗੀ ਕਥਾ। ਦੁੱਖ ਵੀ ਰੋਗ ਵੀ ਸਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਦੇ ਸਾਰੇ ਜਿਹੜੇ ਹੈਗੇ ਇਹ ਦੂਰ ਹੋ ਜਾਣਗੇ ਜੇ ਉਹ ਕਥਾ ਸੁਣਨ ਲੱਗ ਜਾਏਗਾ। ਤੇ ਜੇ ਆਪਾਂ ਇਹ ਗੁਰਬਾਣੀ ਗੁਰੂ ਦੀ ਮੱਤ ਜਿਹੜੀ ਗੁਰਮਤ ਜਿਹੜੀ ਹੈਗੀ ਆ ਇਹਦੇ ਉੱਤੇ ਇਹਨੂੰ ਲਗਾਈਏ ਤੇ ਸ਼ਬਦ ਦੀ ਉਚਾਈ ਨਹੀਂ ਫੜਾਂਗੇ ਆਪਾਂ
ਜੋ ਗਲਤ ਨਹੀਂ ਹੈਗਾ, ਪਰ ਸ਼ਬਦ ਦੀ ਉਚਾਈ ਨਹੀਂ ਫੜੀ ਜਾਏਗੀ। ਜਿੱਥੇ ਸ਼ਬਦ ਆਪਾਂ ਨੂੰ ਜੋ ਕਾਰਵਾਈ ਕਰਨ ਨੂੰ ਕਹਿ ਰਿਹਾ, ਉਹ ਕਾਰਵਾਈ ਨਹੀਂ ਕਰ ਪਾਵਾਂਗੇ। ਇਸ ਕਰਕੇ ਜਿਹੜਾ ਹੈਗਾ ਇਹ ਜਿਹੜੀ ਹੈਗੀ ਇਸ ਜਗ੍ਹਾ 'ਤੇ ਆਪਾਂ ਜਿਹੜੇ ਹੈਗੇ ਇਸ ਨੂੰ ਅੰਮ੍ਰਿਤ ਕਥਾ ਜਿਹੜੀ ਹੈਗੀ ਬਾਣੀ ਕਿਹਨੂੰ ਕਹਿ ਰਹੀ ਆ, ਇਹਨੂੰ ਜਿਹੜਾ ਹੈਗਾ ਖੋਲ੍ਹਣਾ ਬਹੁਤ ਜ਼ਰੂਰੀ ਹੈਗਾ। ਇੱਕ ਵਾਰੀ ਫੇਰ ਵੀ ਜੀ ਦੱਸ ਦਿਓ ਅੰਮ੍ਰਿਤ ਕਥਾ। ਅੰਮ੍ਰਿਤ ਕਥਾ ਆਪਾਂ ਲੈਣ ਲੱਗੇ ਵੀਰ ਜੀ, ਹੁਣੇ ਲੈਂਦੇ ਆ। ਇਹ ਇੱਕ ਜਗ੍ਹਾ ਆਉਂਦਾ ਹੈ ਆਪਣੇ ਜਿਹੜੇ ਹੈਗੇ ਆ ਜਿਹੜੀ ਉਹ ਗੁਰ ਕਬੀਰ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਬਲ ਨਹੀਂ, ਇੱਕ ਹਰ ਹਰ ਕਥਾ ਨਿਰਾਲੀ। ਹਾਂਜੀ, ਹੁਣ ਇਹ ਸੇਮ ਠੀਕ ਆ। ਇੱਕ ਜਗ੍ਹਾ ਆਉਂਦਾ ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਉਹਦੇ ਵਿੱਚ ਆਉਂਦਾ ਹੈ ਦੇਖੋ, ਹਰ ਹਰ ਕਥਾ ਮੇਰੇ ਮਨ ਭਾਣੀ, ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਭਾਣੀ। ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਮਿਲ ਸਤਿਗੁਰ ਅੰਮ੍ਰਿਤ ਪੀਜੇ ਜਿਉ। ਆ ਕੱਢ ਲੈਣਾ ਜੀ, ਇਹ ਪੂਰਾ ਸ਼ਬਦ ਲਵਾਂਗੇ ਆਪਾਂ। ਇਹ ਸ਼ੁਰੂ 'ਚ ਹੀ ਮਹਾਰਾਜ ਨੇ 95 ਅੰਗ ਦੇ ਉੱਤੇ ਦਿੱਤਾ ਹੈ, ਮਾਝ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦਾ ਸ਼ਬਦ ਹੈਗਾ। ਇਹਦੇ ਵਿੱਚ ਮਹਾਰਾਜ ਨੇ ਕਥਾ ਜਿਹੜੀ ਹੈਗੀ ਉਹਦੀ ਡੈਫੀਨੇਸ਼ਨ ਦਿੱਤੀ ਹੈ। ਹਰ ਹਰ ਕਥਾ ਮੇਰੇ ਮਨੇ ਭਾਣੀ। ਔਰ ਗੁਰਬਾਣੀ ਜਿਹੜੀ ਹੈ ਗੁਰੂ ਦੀ ਮੱਤ ਹੈਗੀ, ਉਹਦੀ ਕਹਿ ਰਹੇ ਮਿਲ ਸਤਸੰਗ ਬੋਲੀ ਹਰ ਬਾਣੀ। ਸਤਸੰਗ ਗੁਰੂ ਦਾ ਸੰਗ, ਉਹਦੇ ਨਾਲ ਇਹ ਕਥਾ ਜਿਹੜੀ ਹੈਗੀ, ਇਹ ਜਿਹੜੀ ਹੈ ਇਹ ਕਥਾ ਇਹ ਬਾਣੀ ਜਿਹੜੀ ਹੈਗੀ, ਉਹਦੇ ਨਾਲ ਜਿਹੜੀ ਹੈਗੀ ਸਤਸੰਗ ਕਰਾਂਗੇ, ਗੁਰੂ ਦੀ ਮੱਤ ਲਵਾਂਗੇ, ਤਾਂ ਜਿਹੜੀ ਹੈਗੀ ਆ ਇਹ ਕਥਾ ਤੱਕ ਆਪਾਂ ਪਹੁੰਚ ਪਾਵਾਂਗੇ। ਤਾਂ ਇਹ ਮਨ ਨੂੰ ਪਾਏਗੀ, ਨਹੀਂ ਤਾਂ ਮਨ ਨੂੰ ਤਾਂ ਪਹੁੰਚਦੀ ਨਹੀਂ ਆ। ਇੱਕ ਨਾਮ ਅਭਿਆਸ ਕਿਸੇ ਨੂੰ ਕਹਿ ਦਿਓ ਧਿਆਨ ਸਿਮਰਨ ਕਰਨ ਵਾਸਤੇ, ਬਿਲਕੁਲ ਉਖੜ ਜਾਏਗਾ, ਕਹਿੰਦਾ ਮਨ ਤਾਂ ਟਿਕਦਾ ਨਹੀਂ ਆ। ਬਾਣੀ 'ਚ ਤਾਂ ਫਿਰ ਵੀ ਤੇਰਾ ਹੈਗਾ ਮਨ ਲੱਗ ਜਾਂਦਾ ਹੈ, ਜਿਹੜਾ ਹੈਗਾ ਗੁਰੂ ਦੀ ਮੱਤ ਦੇ ਵਿੱਚ। ਮਾਝ ਮਹਲਾ ਪੰਜਵਾਂ, ਹਰ ਜਨ ਸੰਤ ਮਿਲੋ ਮੇਰੇ ਭਾਈ। ਇੱਥੋਂ ਆਖਰ ਪਾ ਲਓ, ਹਾਹਾ ਜੱਜਾ ਤੇ ਸੱਸਾ ਤੇ ਮੰਮਾ। ਹਰ ਜਨ ਸੰਤ ਮਿਲੋ ਮੇਰੇ ਭਾਈ। ਦੇਖੋ ਕਿਹਨੂੰ ਕਹਿ ਰਹੇ ਆ, ਸੰਤਾਂ ਨੂੰ ਕਹਿ ਰਹੇ, ਹਰੀ ਤੇ ਜਨਾਂ ਨੂੰ ਕਹਿ ਰਹੇ, ਉਹਨਾਂ ਨੂੰ ਭਰਾ ਕਹਿ ਰਹੇ ਆ। ਕਿਉਂਕਿ ਜਿਹੜੇ ਦੂਸਰੇ ਹੈਗੇ ਉਹਨਾਂ ਨੇ ਤਾਂ ਇਸ ਪਾਸੇ ਆਉਣਾ ਹੀ ਨਹੀਂ, ਉਹਨਾਂ ਨੂੰ ਇੰਟਰਸਟ ਹੀ ਨਹੀਂ ਹੈਗਾ। ਜਿਹੜੇ ਇਸ ਰਸਤੇ 'ਤੇ ਤੁਰਨ ਵਾਲੇ ਹੈਗੇ, ਜਿਨ੍ਹਾਂ ਨੂੰ ਜਿਹੜਾ ਹੈਗਾ ਇਸ ਰਸਤੇ ਦੇ ਉੱਤੇ ਜਿਹੜੀ ਚੜ੍ਹਾਈ ਸਫਲਤਾ ਚਾਹੀਦੀ ਆ, ਉਹਨਾਂ ਨੂੰ ਐਡਰੈਸ ਕਰ ਰਹੇ ਆ ਭਾਈ। ਉਹਨਾਂ ਨੂੰ ਜਿਹੜਾ ਹੈਗਾ ਮਹਾਰਾਜ ਜਿਹੜੇ ਹੈਗੇ ਆ ਸਟੈਪ ਅਪ ਹੋਣ ਵਾਸਤੇ ਜਿਹੜਾ ਹੈਗਾ ਆ ਨੁਕਤਾ ਦੇ ਰਹੇ। ਹਰ ਜਨ ਸੰਤ ਮਿਲੋ ਮੇਰੇ ਭਾਈ, ਹੁਕਮ ਹੈ ਆਪਾਂ ਨੂੰ ਮਿਲੋ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਕਹਿੰਦੇ ਮੇਰਾ ਮਾਲਕ ਪਰਮਾਤਮਾ ਮੈਨੂੰ ਦੱਸ ਦਿਓ, ਮੈਨੂੰ ਭੁੱਖ ਲੱਗੀ ਹੈ ਮਾਲਕ ਦੀ, ਮਾਲਕ ਦੇ ਦਰਸ਼ਨ ਚਾਹੁੰਦਾ ਹੈ, ਮੈਨੂੰ ਨਾਮ ਦੀ ਭੁੱਖ ਲੱਗੀ ਹੋਈ ਹੈ। ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ। ਮੈਨੂੰ ਮਾਲਕ ਪਰਮਾਤਮਾ ਨੂੰ ਮਿਲਣਾ ਆ। ਮੇਰੀ ਸਰਦਾ ਪੂਰ ਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਭੀਜੇ ਜਿਉ। हे ਜਗ ਦੇ ਜੀਵਨ, हे ਮਾਲਕਾ, हे ਦਾਤਿਆ, ਮੇਰੀ ਇੱਛਾ ਪੂਰੀ ਕਰ। ਮੇਰੀ ਸਰਦਾ ਹੈ ਮੇਰੇ ਅੰਦਰ ਭਾਵਨਾ ਹੈਗੀ, ਤੈਨੂੰ ਮਿਲਣ ਦੀ ਮੇਰੇ ਅੰਦਰ ਖਿੱਚ ਹੈਗੀ ਆ। ਮੇਰੀ ਸਰਦਾ ਪੂਰ ਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਭੀਜੇ ਜਿਉ। ਤੇਰੇ ਦਰਸ਼ਨਾਂ ਦੇ ਨਾਲ ਹੀ ਜਿਹੜਾ ਹੈਗਾ ਮੇਰਾ ਮਨ ਭਿੱਜੂਗਾ। ਮਿਲ ਸਤਸੰਗ ਬੋਲੀ ਹਰ ਬਾਣੀ। ਕਹਿੰਦੇ ਸਾਧ ਸੰਗਤ ਸਤਸੰਗਤ ਦੇ ਵਿੱਚ ਮਿਲ ਕੇ, ਸਾਧ ਸੰਗਤ ਦੇ ਵਿੱਚ ਜਾ, ਸਾਧ ਸੰਗਤ ਦੇ ਵਿੱਚ ਮਿਲ ਕੇ, ਜਿੱਥੇ ਗੁਰੂ ਹੈਗਾ, ਗੁਰੂ ਦੀ ਮੱਤ ਹੈਗੀ ਜਿੱਥੇ, ਉੱਥੋਂ ਇਹ ਸਿੱਖ ਲਾ। ਇਹ ਬਾਣੀ, ਇਹ ਬੋਲ, ਇਹ ਅੱਖਰ, ਇਹ ਜਿਹੜੇ ਹੈਗੇ, ਇਹ ਹਰ ਹਰ ਕਥਾ ਕਿਵੇਂ ਤੇਰੇ ਅੰਦਰ ਜਿਹੜੀ ਹੈ ਸੁਣਨੀ ਹੈ ਤੈਨੂੰ। ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਭਾਣੀ। ਜਦ ਮੈਂ ਬੋਲਦਾ ਹਾਂ ਸਤਸੰਗਤ ਦੇ ਵਿੱਚ ਜਾ ਕੇ, ਧਿਆਨ ਸਿਮਰਨ ਕਰਦਾ ਤੇ ਇਹ ਕਥਾ ਮੇਰੇ ਮਨ 'ਚ ਪਾ ਜਾਂਦੀ ਹੈ। ਹਰ ਹਰ ਅੰਮ੍ਰਿਤ ਹਰ ਮਨ ਭਾਵੈ,
ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ। ਕਹਿੰਦੇ ਇਹ ਅੰਮ੍ਰਿਤ ਜਿਹੜਾ ਹਰ ਹਰ ਅੰਮ੍ਰਿਤ ਇਹ ਮੇਰੇ ਮਨ 'ਚ ਭਾਉਂਦਾ ਹੈ। ਮਿਲ ਸਤਿਗੁਰ, ਆ ਦੇਖੋ ਆ ਗਈ, ਸਤਿਗੁਰੂ ਆ ਗਏ, ਇਹ ਸਤਿਗੁਰੂ ਦੀ ਮੱਤ ਆ ਗਈ, ਗੁਰਮਤ ਆ ਗਈ। ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ। ਕਹਿੰਦੇ ਇਹ ਅੰਮ੍ਰਿਤ ਜਿਹੜਾ ਪੀਣ ਨੂੰ ਮਿਲਣਾ ਆ, ਇਹ ਕਥਾ ਜਿਹੜੀ ਹਰ ਹਰ ਕਥਾ ਇਹ ਸਤਿਗੁਰੂ ਦੇ ਦੁਆਰਾ ਹੀ ਮਿਲਣੀ ਆ, ਉਸ ਤੋਂ ਬਗੈਰ ਨਹੀਂ ਮਿਲ ਸਕਦੀ। ਸਤਿਗੁਰੂ ਦੀ ਸੰਗਤ ਤੈਨੂੰ ਕਰਨੀ ਪਊਗੀ। ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਭਾਣੀ। ਹਰ ਹਰ ਅੰਮ੍ਰਿਤ, ਹਰ ਮਨ ਭਾਵੈ। ਇਹ ਅੰਮ੍ਰਿਤ ਵੱਲ ਨੂੰ ਤਾਂ ਹੀ ਮਨ ਜਿਹੜਾ ਹੈਗਾ ਚੱਲਦਾ ਹੈ, ਇਸ ਕਥਾ ਨੂੰ। ਇਹ ਅੰਮ੍ਰਿਤ ਹੈਗਾ, ਇਹ ਕਥਾ ਇਹ ਅੰਮ੍ਰਿਤ ਹੈ, ਇਸ 'ਚੋਂ ਅੰਮ੍ਰਿਤ ਆ ਜਾਣਾ ਹੈ। ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਔਰ ਮਾਲਕ ਪਰਮਾਤਮਾ ਦੇ ਨਾਲ ਖਿੱਚ ਬਣ ਜਾਂਦੀ ਆ। ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ। ਸਤਿਗੁਰੂ ਨੂੰ ਮਿਲੇਗਾ। ਮਿਲਣਾ ਕੀ ਹੈ ਸਤਿਗੁਰੂ ਨੂੰ? ਮਿਲਣਾ ਹੈਗਾ ਸਤਿਗੁਰੂ ਨੂੰ ਵੀ ਆ ਕਥਾ ਜਿਹੜੀ ਹੈਗੀ, ਆ ਜਿਹੜੀ ਗੁਰੂ ਦੀ ਮੱਤ ਹੈਗੀ, ਇਹਨੂੰ ਵਿਚਾਰਨਾ ਹੈ ਔਰ ਇਹ ਕਥਾ ਅੰਦਰ ਚੱਲਣੀ ਚਾਹੀਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ। ਵੱਡੇ ਭਾਗਾਂ ਵਾਲੇ ਜਿਹੜੇ ਹੈਗੇ ਇਹ ਸੰਗਤ ਜਿਨ੍ਹਾਂ ਨੂੰ ਇਹ ਮਿਲਦੀ ਹੈ ਭਾਈ, ਇਹ ਨਾਮ ਵਾਲੀ, ਇਹ ਨਾਮ ਅਭਿਆਸ ਵਾਲੀ ਸੰਗਤ, ਸਾਧ ਸੰਗਤ, ਸਤ ਸੰਗਤ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਜਿਹੜੇ ਭਾਗ ਨਹੀਂ ਹੈਗੇ ਉਹ ਫਿਰ ਜਿਹੜੇ ਹੈਗੇ ਕਿਹੜੀਆਂ ਚੋਟਾਂ ਖਾਂਦੇ ਆ? ਉਹ ਮਾਇਆ ਦੇ ਵਿੱਚ, ਪਦਾਰਥਾਂ ਦੇ ਵਿੱਚ, ਸਵਾਦ ਦੇ ਵਿੱਚ, ਚੋਗੇ ਦੇ ਵਿੱਚ ਜਿਹੜਾ ਹੈਗਾ ਬਸ ਉਹਦੇ 'ਤੇ ਜਾ ਕੇ ਜਾਲ 'ਚ ਫਸ ਜਾਂਦੇ ਆ। ਫਿਰ ਜਿਹੜੇ ਹੈਗੇ ਆ, ਫਿਰ ਉਹ ਜਿਹੜੇ ਹੈਗੇ ਆ ਦੁੱਖ ਔਰ ਸੁੱਖ ਚੱਲਦਾ ਹੈ। ਫਿਰ ਜਿਹੜਾ ਜਨਮ ਮਰਨ ਦਾ ਗੇੜਾ ਚੱਲ ਪੈਂਦਾ। ਇਸ ਤਰ੍ਹਾਂ ਜਿਹੜੇ ਭਟਕਦੇ ਆ। ਭਾਗਹੀਣ ਭ੍ਰਮ ਚੋਟਾਂ ਖਾਵੈ। ਭ੍ਰਮ ਕੀ ਹੈਗਾ? ਭ੍ਰਮ ਹੈਗਾ ਧੋਖਾ, ਟਰੈਪ, ਅੰਧੇਰਾ। ਕਾਹਦਾ ਹਨੇਰਾ, ਕਾਹਦੀ ਟਰੈਪ, ਕਾਹਦਾ ਧੋਖਾ? ਜੋ ਚੋਗਾ ਖਿਲ ਰਿਹਾ ਹੋਇਆ ਆ, ਜੋ ਸਵਾਦ, ਜੋ ਰਸਕਸ, ਜੋ ਦੁਨੀਆ ਦੇ ਪਦਾਰਥ, ਜੋ ਮਾਇਆ, ਇਹ ਮਾਇਆ ਹੈ, ਧੋਖਾ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਕਹਿੰਦੇ ਭਾਗਾਂ ਤੋਂ ਬਗੈਰ ਪਾਏ ਸਤ ਸੰਗ ਨਹੀਂ ਲੱਭਦੀ, ਨਹੀਂ ਲੱਭਦੀ ਪਾਏ। ਗੁਰੂ ਦੀ ਸੰਗਤ ਨਹੀਂ ਮਿਲਦੀ, ਸਾਧ ਸੰਗਤ ਨਹੀਂ ਲੱਭਦੀ। ਔਰ ਬਗੈਰ ਸੰਗਤ ਦੇ ਮੈਲ ਭਰਨੀ ਹੈ, ਲਾਜ਼ਮੀ ਹੈਗਾ। ਬਸ ਜਿਹਦੇ ਕੋਲ, ਜਿਹਨੇ ਨਹੀਂ ਸੰਗਤ ਹੈਗੀ ਜਿਹਦੇ ਕੋਲ, ਉਹਨੇ ਮੈਲ ਆਟੋਮੈਟਿਕਲੀ ਮੈਲ ਆਉਣੀ ਹੈ। ਬਿਨ ਸੰਗਤ ਮੈਲ ਭਰੀਜੈ ਜੀਓ। ਮੈਲ ਭਰਨੀ ਹੈ। ਇਹ ਭਾਗ ਜਿਹੜੇ ਹੈਗੇ, ਭਾਗ ਕਲਮ ਆਪਣੇ ਹੱਥ ਦੇ ਵਿੱਚ ਆ। ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਇਆ ਹੈ। ਆਪਣੇ ਹੱਥ ਦੇ ਵਿੱਚ ਚੁਆਇਸ ਕਰਨੀ ਆਪਣੇ ਹੱਥ 'ਚ ਆ। ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਆਟੋਮੈਟਿਕਲੀ ਜਿਹੜਾ ਹੈਗਾ ਉਹਨੇ ਜਿਹੜੇ ਹੈਗੇ ਆ ਆਪਾਂ ਨੂੰ ਸਤਸੰਗ ਦੇਣੀ ਹੈ। ਇਹ ਉਹਦੀ ਡਿਊਟੀ ਹੈ ਮਾਲਕ ਪਰਮਾਤਮਾ ਦੀ। ਕਹਿੰਦੇ ਤੂੰ ਚਾਹੁੰਦਾ ਹੀ ਨਹੀਂ ਹੈਗਾ, ਤੇਰੇ ਅੰਦਰ ਇੱਛਾ ਹੀ ਨਹੀਂ ਹੁੰਦੀ, ਤੂੰ ਮੈਨੂੰ ਕਹਿੰਦਾ ਹੀ ਨਹੀਂ ਹੈਗਾ, ਤੂੰ ਮੰਗਦਾ ਹੀ ਨਹੀਂ ਹੈਗਾ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਆਪਣੇ ਆਪ ਨੂੰ ਆਪ ਪੁੱਛ ਕੇ ਦੇਖੀਏ, ਆਪਾਂ ਨੇ ਮੰਗੀ ਹੈ ਸਤਸੰਗ? ਆਪਾਂ ਤਾਂ ਕਹਿੰਦੇ ਹਾਂ ਬਸ ਆ ਪਦਾਰਥ, ਮਾਇਆ, ਸਵਾਦ, ਰਸਕਸ, ਦੁਨੀਆ, ਇਸ ਤੋਂ ਇਲਾਵਾ ਤਾਂ ਆਪਣੀ ਡਿਮਾਂਡ ਹੀ ਨਹੀਂ ਹੈ। ਅੰਦਰ ਤਾਂ ਹੈ, ਅੰਦਰ ਇਨਰ ਕੋਰ ਦੇ ਉੱਤੇ ਜਿਹੜੀ ਹੈਗੀ, ਜਿਹੜਾ ਹਿਰਦਾ ਹੈਗਾ, ਉੱਥੇ ਤਾਂ ਆਹ ਚੀਜ਼ ਬੈਠੀ ਹੋਈ ਹੈ। ਵੱਡ ਭਾਗੀ ਹਰ ਸੰਗਤ ਭਾਵੇਂ। ਜੇ ਉੱਥੇ ਜਿਹੜਾ ਹੈਗਾ, ਜੇ ਸੰਗਤ ਆਪਾਂ ਡਿਮਾਂਡ ਕਰ ਲਾਂ ਮਾਲਕ ਪਰਮਾਤਮਾ ਦੇ ਕੋਲ, ਤੇ ਮਾਲਕ ਤਾਂ ਜਿਹੜਾ ਹੈਗਾ ਉਹਨੇ ਤਾਂ ਇਮੀਡੀਏਟਲੀ ਦੇ ਦੇਣੀ ਹੈ ਭਾਈ। ਵੱਡ ਭਾਗੀ ਹਰ ਸੰਗਤ ਭਾਵੇਂ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮੈਂ ਆਏ ਮਿਲੋ ਜਗ ਜੀਵਨ ਪਿਆਰੇ। ਦੇਖੋ ਇਸ ਤਰ੍ਹਾਂ ਪੁਕਾਰ ਹੁੰਦੀ ਹੈ ਉਹ ਮਾਲਕ ਪਰਮਾਤਮਾ ਦੇ ਨਾਲ। ਮੈਂ ਆਏ ਮਿਲੋ ਜਗ ਜੀਵਨ ਪਿਆਰੇ। ਮੈਨੂੰ ਮਿਲ ਉਹ ਮਾਲਕਾ ਜਗ ਦੇ ਜੀਵਨਾ। ਹਰ ਹਰ ਨਾਮ ਦਇਆ ਮਨ ਧਾਰੇ। ਮਾਲਕਾ ਮੇਰੇ ਉੱਤੇ ਦਇਆ ਕਰ, ਮੇਰੇ ਅੰਦਰ ਨਾਮ ਵਸਾ ਦੇ। ਹਰ ਹਰ ਨਾਮ ਦਇਆ ਮਨ ਧਾਰੇ। ਗੁਰਮਤਿ ਨਾਮ ਮੀਠਾ ਮਨੇ ਪਾਇਆ। ਫਿਰ ਆ ਗਈ ਗੁਰੂ ਦੀ ਮੱਤ। ਬ੍ਰਹਮ ਬਾਣੀ ਇਹ ਜਿਹੜੀ ਹੈ ਸ਼ਬਦ ਬ੍ਰਹਮ
ਕਹਿੰਦੇ ਇਹਦੇ ਨਾਲ ਨਾਮ ਮਿੱਠਾ ਲੱਗਿਆ, ਮਨ ਨੂੰ ਭਾ ਗਿਆ। ਗੁਰਮਤਿ ਨਾਮ ਮਿੱਠਾ ਮਨੇ ਭਾਵੇ, ਮਨ ਜਿਹੜਾ ਹੈਗਾ ਚੱਲ ਪਿਆ ਨਾਮ ਪਦਾਰਥ ਦੇ ਵਾਸਤੇ। ਜਨ ਨਾਨਕ ਨਾਮ ਹੈ ਮਨ ਭੀਜੇ ਜੀਓ, ਕਹਿੰਦੇ ਨਾਮ ਦੇ ਨਾਲ ਹੀ ਮਨ ਨੇ ਭਿੱਜਣਾ ਹੈ ਭਾਈ। ਫਿਰ ਨਾਮ ਦੇ ਨਾਲ ਮਨ ਨੇ ਭਿੱਜਣਾ ਹੈ ਜਦ ਗੁਰੂ ਦੀ ਮੱਤ ਮਿਲ ਗਈ ਤੇ। ਸੋ ਆ ਹੈਗੀ ਕਥਾ। ਅਸੀਂ ਵਾਪਸ 386 ਅੰਕ ਤੇ ਆ ਗਏ ਜੀ। ਊਠਤ ਬੈਠਤ, ਆਸਾ ਮਹਲਾ ਪੰਜਵਾਂ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਸਰਵਣ ਸੁਨੀਜੇ ਅੰਮ੍ਰਿਤ ਕਥਾ, ਜਾਸ ਸੁਨੀ ਮਨ ਹੋਏ ਆਨੰਦਾ। ਦੁੱਖ ਰੋਗ ਮਨ ਸਗਲੇ ਲੱਥਾ ਰਹਾਓ। ਇਹਨੇ ਆਟੋਮੈਟਿਕਲੀ ਅੰਦਰ ਸੁਣਨਾ ਹੈ, ਔਰ ਉਹਦੇ ਨਾਲ ਜਿਹੜਾ ਹੈਗਾ ਧਿਆਨ ਸਿਮਰਨ ਕਰਾਂਗੇ ਤੇ ਕਥਾ ਆਟੋਮੈਟਿਕਲੀ ਅੰਦਰ ਸੁਣਦੀ ਹੈ। ਜਾਸ ਸੁਨੀ ਮਨ ਹੋਏ ਆਨੰਦਾ, ਉਹਦੇ ਨਾਲ ਮਨ ਦੇ ਵਿੱਚ ਆਨੰਦ ਪੈਦਾ ਹੋ ਜਾਣਾ ਹੈ। ਦੁੱਖ ਚਲੇ ਜਾਣੇ ਆ, ਰੋਗ ਚਲੇ ਜਾਣੇ ਆ। ਦੁੱਖ ਰੋਗ ਮਨ ਸਗਲੇ ਲੱਥਾ ਰਹਾਓ। ਕਾਰਜ ਕਾਮ ਬਾਟ ਕਾਟ ਜਪੀ ਜੈ। ਕਹਿੰਦੇ ਭਾਈ ਦੇਖ ਕੰਮਕਾਰ ਕਰ ਰਹੇ ਆ, ਕੋਈ ਕਾਰਜ ਹੈ ਤੇਰਾ, ਕਿਤੇ ਰਸਤੇ ਦੇ ਉੱਤੇ ਹੈ, ਘਾਟ ਤੇ ਹੈਗਾ ਆ, ਏਅਰਪੋਰਟ ਤੇ ਹੁੰਦੇ ਆ ਆਪਾਂ, ਘਾਟ ਤੇ ਹੁੰਦੇ ਆ। ਪਹਿਲਾਂ ਘਾਟ ਸੀਗੇ ਪੱਤਣ। ਕਹਿੰਦੇ ਜਦ ਵੀ ਤੈਨੂੰ ਟਾਈਮ ਮਿਲਦਾ ਹੈ ਪਿਆਰਿਆ, ਮਾਲਕ ਨੂੰ ਯਾਦ ਕਰ ਬਸ। ਮਾਲਕ ਦੇ ਨਾਲ, ਮਾਲਕ ਨੂੰ ਆਪਣੇ ਨਾਲ ਸਮਝ। ਕਾਰਜ ਕਾਮ ਬਾਟ ਕਾਟ ਜਪੀ ਜੈ, ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ। ਦੇਖ ਲਓ ਆਹ ਗੁਰੂ ਦਾ ਪ੍ਰਸਾਦ ਆ, ਔਰ ਅੰਮ੍ਰਿਤ ਮਿਲੇਗਾ ਪੀਣ ਨੂੰ। ਦਿਨ ਸਰੈਣ ਹਰ ਕੀਰਤਨ ਗਾਈਏ। ਔਰ ਦੇਖੋ ਇੰਸਟਰਕਸ਼ਨ ਕੀ ਹੈ, ਕਹਿੰਦੇ ਰਾਤ ਦਿਨ ਬਸ ਆਹ ਤੇਰਾ ਮੈਕਸੀਮਮ ਪ੍ਰਾਇਰਟੀ ਹੈਗੀ। ਰਾਤ ਦਿਨ ਜਿਹੜਾ ਹੈਗਾ ਪਿਆਰ ਦੇ ਨਾਲ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਰਦੇ ਰਹਿ, ਆਹ ਕੀਰਤਨ ਗਾਉਂਦੇ ਰਹਿ, ਬਸ ਪ੍ਰੇਮਾ ਭਗਤੀ ਕਰਦੇ ਰਹਿ। ਦਿਨ ਸਰੈਣ ਹਰ ਕੀਰਤਨ ਗਾਈਏ, ਸੋ ਜਨ ਜਮ ਕੀ ਵਾਟ ਨਾ ਪਾਈਏ। ਉਹਨੂੰ ਨਹੀਂ ਆਏਗਾ ਭਾਈ, ਜਮ ਦੇ ਰਸਤੇ ਤੇ ਨਹੀਂ ਜਾਏਗਾ ਭਾਈ, ਜਮ ਦਾ ਰਸਤਾ ਨਹੀਂ ਮਿਲੂਗਾ ਉਹਨੂੰ। ਆਠ ਪਹਿਰ ਜਿਸ ਵਿਸਰੇ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ। ਕਹਿੰਦੇ ਜਿਹੜਾ 8 ਪੈਰ, ਜਿਹੜਾ 8 ਪੈਰ ਹੁਣ ਕੀ 8 ਪੈਰ ਦਾ ਮਤਲਬ ਹੈਗਾ ਭਾਈ ਮੈਕਸੀਮਮ। 8 ਪੈਰ ਜਿਸ ਵਿਸਰੇ ਨਾਹੀ, ਜਿਹਨੂੰ ਤੂੰ ਨਹੀਂ ਵਿਸਰਦਾ। ਗਤ ਹੋਵੇ ਨਾਨਕ ਤਿਸ ਲਗ ਪਾਈ। ਕਹਿੰਦੇ ਉਹਦੀ ਪੈਰੀ ਪੈਣ ਦੇ ਨਾਲ, ਉਹਦੀ ਗਾਈਡੈਂਸ ਦੇ ਨਾਲ, ਉਹਦੀ ਸਿੱਖਿਆ ਦੇ ਨਾਲ, ਉਹਦੀ ਸੰਗਤ ਦੇ ਨਾਲ, ਤੇ ਕਹਿੰਦੇ ਉੱਚੀ ਅਵਸਥਾ ਹੋ ਜਾਏਗੀ ਭਾਈ। ਅਗਲਾ ਸ਼ਬਦ ਆ ਗਿਆ ਜੀ, ਜਾਂ ਆਸਾ ਮਹੱਲਾ ਪੰਜਵਾਂ। ਜਾਂ ਕੇ ਸਿਮਰਨ ਸੁਖ ਨਿਵਾਸ। ਅਸੀਂ 386 ਅੰਗ ਤੇ ਆ ਗਏ। ਜਾਂ ਕੇ ਸਿਮਰਨ ਸੁਖ ਨਿਵਾਸ। ਜਿਸ ਮਾਲਕ ਨੂੰ ਯਾਦ ਕਰਨ ਦੇ ਨਾਲ, ਸਮਰਨ ਕਰਨ ਦੇ ਨਾਲ, ਅੰਗ ਸੰਗ ਮਾਲਕ ਨੂੰ ਜਿਹੜਾ ਹੈਗਾ ਜਾਣਨ ਦੇ ਨਾਲ ਸੁੱਖਾਂ ਦੇ ਵਿੱਚ ਨਿਵਾਸ ਹੋ ਜਾਂਦਾ ਹੈ ਭਾਈ। ਦੁੱਖ ਹੈ ਵਿਚਾਰ, ਜਾਂ ਕੇ ਸਿਮਰਨ ਸੁਖ ਨਿਵਾਸ। ਭਈ ਕਲਿਆਣ ਦੁੱਖ ਹੋਵਤ ਨਾਸ। ਕਲਿਆਣ ਹੋ ਜਾਏਗਾ ਭਾਈ ਤੇਰਾ। ਇਹ ਜਨਮ ਜਿਹੜਾ ਮਨੁੱਖੀ ਜੂਨ ਪਾਈ ਹੈ ਸਫਲ ਹੋ ਜਾਏਗੀ, खुशहाल हो जाएगा और दुखों का नाश हो जाएगा। आनंद करो प्रभ के गुण गावो। कहते हो पालक परमात्मा दे गुण गाओ। गुण गाने भी आही है भाई, सदा सदा गुण गाइए, जपे नाम मुरारी। आही गुण गाने हैं भाई। ਜਿਹੜੇ ਆ ਗੁਰੂ ਦੀ ਮੱਤ ਹੈਗੀ ਆ, ਇਹਨੂੰ ਆਪਾਂ ਜਿਹੜੇ ਹੈਗੇ ਵਿਚਾਰ ਲਈਏ ਔਰ ਧਿਆਨ ਸਿਮਰਨ ਕਰ ਲਈਏ। ਆਨੰਦ ਕਰੋ ਪ੍ਰਭ ਕੇ ਗੁਣ ਗਾਵੋ, ਸਤਿਗੁਰ ਆਪਣਾ ਸਦ ਸਦਾ ਮਨਾਵੋ। ਸਤਿਗੁਰੂ ਨੂੰ ਮਨਾਉਣਾ ਹੈ ਭਾਈ। ਸਤਿਗੁਰੂ ਤਾਂ ਮੰਨਦਾ ਹੈ ਜੋ ਸਤਿਗੁਰੂ ਕਹਿ ਰਿਹਾ। ਜਿਹੜਾ ਉਹਦੀ ਗੱਲ ਮੰਨੂਗਾ ਤੇ ਸਤਿਗੁਰੂ ਮੰਨ ਜੂਗਾ। ਸਤਿਗੁਰੂ ਆਪਣਾ ਗੁਰੂ ਹੈ, ਆਪਣਾ ਪਾਂਦਾ ਹੈਗਾ, ਆਪਣਾ ਟੀਚਰ ਹੈਗਾ। ਟੀਚਰ ਜਿਹੜਾ ਸਟੂਡੈਂਟ ਤੇ ਕਿਹੜੇ ਤੇ ਖੁਸ਼ ਹੁੰਦਾ ਹੈ? ਜਿਹੜਾ ਸਟੂਡੈਂਟ ਉਹ ਜੋ ਸਿੱਖਿਆ ਦੇ ਰਿਹਾ ਉਹਨੂੰ ਗ੍ਰਹਿਣ ਕਰਦਾ ਹੈ, ਉਸ ਤੇ ਚੱਲਦਾ ਹੈ, ਉਹਨੂੰ ਲੈਂਦਾ ਹੈ।
आनंद करो प्रभ के गुण गावो, सतगुर अपना सद सदा मनावो। रहाओ सद सदा कह रहे हमेशा, क्योंकि ਆਪਾਂ ਜਿਹੜੇ ਹੈਗੇ ਇਸ ਬਾਣੀ ਦੇ ਅਨੁਸਾਰ ਬਣਨਾ ਹੈਗਾ। ਗੁਰਬਾਣੀ ਬਣੀ ਹੈ। रहाओ सतगुर का सच शब्द कमावो। हाँ, कमाई करनी है भाई, ध्यान सिमरन करना है, वो शब्द अंदर प्रगट होएगा, वो सच है अविनाशी। ਕਹਿੰਦੇ ਉਹਦੇ ਨਾਲ ਉਹਦੀ ਕਮਾਈ ਕਰ। ਕਿਵੇਂ ਕਮਾਈ ਹੋਏਗੀ ਜੀ? ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ। ਕਹਿੰਦੇ ਥਿਰ ਕਰਕੇ ਬੈਠ ਜਾ, ਵਿਚਾਰ ਬੰਦ ਕਰ। ਜਿਸ ਚਰੇ ਮਨ ਲਹਿਰੀ ਵਿੱਚ ਹਉਮੈ ਬਹੁਤ ਅਹੰਕਾਰ, ਸ਼ਬਦੇ ਸਾਧਨਾ ਆਵੇ ਨਾਮ न लगे प्यार। थिर कर बैसो हर जन प्यारे, सतगुर तुमरे काज सवारे। की काज आ? परमात्मा ਨੂੰ ਮਿਲਣਾ ਹੈ। ਕਹਿੰਦੇ ਬੈਠ ਫਿਰ ਵਿਚਾਰ ਬੰਦ ਕਰ ਆਪਣੇ। थिर कर बैठे प्रभ अपना पावो। किमें? सतगुर का सच शब्द कमावो। पर का बुरा ना राखो चीत। बस आ चीज़ बहुत 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 इंपॉर्टेंट है भाई, ਇਹਨੂੰ ਆਪਾਂ ਨੇ ਹਮੇਸ਼ਾ ਯਾਦ ਰੱਖਣਾ ਹੈ। ਕਿਸੇ ਦਾ ਮਾੜਾ ਨਾ ਸੋਚੋ, ਕਿਸੇ ਦਾ ਵੀ ਮਾੜਾ ਨਾ ਸੋਚੋ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਬਸ ਆਪਾਂ ਨੂੰ ਦੁੱਖ ਮਿਲਦਾ ਹੀ ਤਾਂ ਹੈ ਜਦ ਆਪਾਂ ਪਰਕਾ ਦਾ ਪਰਾਏ ਦਾ ਬੁਰਾ ਰੱਖਦੇ। ਗੁਰਦੇਵ ਸਿੰਘ ਜੀ, ਅਸੀਂ ਜਾਂ 386 ਅੰਗ ਦੇ ਉੱਤੇ ਹੈਗੇ ਹਾਂ ਔਰ 62ਵਾਂ ਸ਼ਬਦ ਲੈ ਰਹੇ ਹਾਂ। परका वाहिगुरु जी, हाँ जी, हाँ जी। परका बुरा न रखो चीत, तुमको दुख नहीं पाई मीत। गुरु साहब ने गारंटी दी है। हाँ, बिल्कुल गारंटी दी है, बिल्कुल गारंटी दी है। ਆਪਾਂ ਨੂੰ ਦੁੱਖ ਆਉਂਦਾ ਹੀ ਤਾਂ ਆ ਜੇ ਆਪਾਂ ਦੂਸਰੇ ਨੂੰ ਜਿਹੜਾ ਹੈਗਾ ਬੁਰਾ ਭਲਾ ਕਹਿੰਦੇ ਆ, ਦੂਸਰੇ ਦਾ ਬੁਰਾਈ, ਦੂਸਰੇ ਦੇ ਜਿਹੜੀ ਹੈਗੀ ਆਪਣੇ ਅੰਦਰ ਨੈਗੇਟਿਵਿਟੀ ਆਉਂਦੀ ਹੈ ਤੇ ਆਪਾਂ ਨੂੰ ਦੁੱਖ ਮਿਲਦੇ ਆ ਭਾਈ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਏ ਮੀਤ। हर हर तंत मंत गुर दीना। बस ला लो तंत्र ले लो, मंत्र ले लो, यंत्र ले लो भाई, ये परमेश्वर का नाम ध्यान सिमरन आ ही हैगा। गुरु ने यही देना, यही गुरु ने दिता है। यह सुख नानक अनदिन चीना। बस आही सुख है भाई। और महाराज कहते मैं तो इनू अनदिन चीनदा है, कोई दिन खाली नहीं जान दिंदा। अनदिन ने तंत्र मंत्र दे नाल जुड़दा है। हर हर तंत मंत गुर दीना, ਇਹੋ ਸੁਖ ਨਾਨਕ ਅਨਦਿਨ ਚੀਨਾ। ਆਸਾ ਮਹਲਾ ਪੰਜਵਾਂ। ਹੁਣ ਅਗਲਾ। ਹਾਂਜੀ ਹਾਂਜੀ। ਥੋੜੇ ਦਿਨ ਹੋਏ ਆਪਾਂ ਇੱਕ ਤੁਕ ਪੜੀ ਸੀ, ਏਕੋ ਏਕ ਆਪ ਇੱਕ ਕਰਕੇ ਸੀਗੀ। ਹਾਂਜੀ ਹਾਂਜੀ ਹਾਂਜੀ। ਇਹ ਪਰ ਕਾ ਬੁਰਾ ਨਾ ਰੱਖੋ ਚੀਤ ਐਕਚੁਅਲੀ ਪਰ ਹੈ ਹੀ ਨਹੀਂ, ਹੈ ਹੀ ਨਹੀਂ, ਐਗਜ਼ਿਸਟ ਹੀ ਨਹੀਂ ਕਰ ਰਿਹਾ। ਬਹੁਤ ਵਧੀਆ ਜੀ, ਬਹੁਤ ਵਧੀਆ, ਬਿਲਕੁਲ ਸਹੀ ਆ। ਪਰ ਐਗਜ਼ਿਸਟ ਹੀ ਨਹੀਂ ਕਰ ਰਿਹਾ। ਬਸ ਆਹੀ ਤਾਂ ਖੇਡ ਆ, ਇਹੀ ਮਾਇਆ ਆ, ਇਹੀ ਟਰੈਪ ਹੈਗੀ ਆ। ਬਹੁਤ ਵਧੀਆ, ਬਿਲਕੁਲ ਸਹੀ ਹੈ। ਪਰ ਐਗਜ਼ਿਸਟ ਹੀ ਨਹੀਂ ਕਰ ਰਿਹਾ। ਕਿਆ ਬਾਤ ਹੈ ਜੀ। ਆਸਾ ਮਹੱਲਾ ਪੰਜਵਾਂ। ਜਿਸ ਨੀਚ ਕੋ ਕੋਈ ਨਾ ਜਾਣਾ ਹੈ। ਦੇਖੋ ਹੁਣ ਜਿਹੜਾ ਹੈਗਾ ਧਿਆਨ ਸਿਮਰਨ ਕੀਤਾ ਤੇ ਆਹ ਜਿਹੜੀ ਹੈਗੀ ਦੇਖੋ ਕਹਿੰਦੇ ਕਿਸੇ ਜਿਹਾ ਮਰਜ਼ੀ ਬੰਦਾ ਹੋਏ, ਨੀਵੇਂ ਤੇ ਨੀਵਾਂ ਬੰਦਾ ਹੋਏ, ਜੇ ਮਰਜ਼ੀ ਆਉਗੁਣ ਹੋਣ ਉਹਦੇ ਵਿੱਚ, ਜਿਹਨੂੰ ਕੋਈ ਜਾਣਦਾ ਹੀ ਨਾ ਹੋਵੇ, ਬਿਲਕੁਲ ਗਰੀਬ ਮਾਤੜ ਜਿਹੜਾ ਹੈਗਾ, ਕੋਈ ਨਾ ਜਾਣਦਾ ਹੋਏ ਜਿਹਨੂੰ। ਜਿਸ ਨੀਚ ਕੋ ਕੋਈ ਨਾ ਜਾਣਾ, ਨਾਮ ਜਪਤ ਉਹ ਚੌਕੁੰਟ ਮਾਨਾ ਹੈ। ਕਹਿੰਦੇ ਨਾਮ ਜਪਤ ਧਿਆਨ ਸਿਮਰਨ ਜਿਹੜਾ ਗੁਰੂ ਦੀ ਮੱਤ ਲੈ ਲਈ ਉਹਨੇ, ਉਹ ਗੁਰੂ ਜੋ ਕਹਿ ਰਹੇ ਉਹ ਕਾਰਵਾਈ ਕਰਨ ਲੱਗ ਪਿਆ। ਕਹਿੰਦੇ ਚਾਰੋਂ ਪਾਸੇ ਪ੍ਰਸਿੱਧ ਹੋ ਜਾਏਗਾ ਉਹ ਇਨਸਾਨ। ਨਾਮ ਜਪਤ ਉਹ ਚੌਕੁੰਟ ਜਾਣਾ ਹੈ, ਚਾਰੋਂ ਦਿਸ਼ਾਵਾਂ ਦੇ ਵਿੱਚ ਉਹਦੀ ਪ੍ਰਸਿੱਧੀ ਹੋ ਜਾਏਗੀ। दर्शन मांगो देह प्यारे, तुमरी सेवा कौन कौन ना तारे। रहो हे मेरे मालका, मैनू दर्शन दे, मैं तेनू मिलना चाहुंदा है। तेरी सेवा दे नाल जिहड़े हैगे किहड़ा नहीं तरिया, किहड़ा नहीं तरिया। रहो जाके निकट ना आवे कोई। कहंदे ਜਿਹੜੇ ਨੇੜੇ ਕੋਈ ਢੁਕਦਾ ਹੀ ਨਹੀਂ ਸੀਗਾ, ਕੋਈ ਨੇੜੇ ਆਉਂਦਾ ਹੀ ਨਹੀਂ ਸੀਗਾ। ਸਗਲ ਸ੍ਰਿਸ਼ਟ ਆ ਕੇ ਚਰਨ ਮਲ ਧੋਈ। ਹੁਣ ਜਿਹੜੇ ਹੈਗੇ ਲੋਕੀ ਜਿਹੜੇ ਹੈਗੇ ਆ ਕੇ ਜਿਹੜੇ ਹੈਗੇ ਚਰਨਾਂ 'ਚ ਡਿੱਗਦੇ ਆ,
ਚਰਨ ਮਲ ਮਲ ਕੇ ਧੋਂਦੇ ਆ। ਹੁਣ ਲੋਕੀ ਸੰਗਤ ਕਰਨਾ ਚਾਹੁੰਦੇ ਆ। ਜਾ ਕੇ ਨਿਕਟ ਨਾ ਆਵੇ ਕੋਈ, ਸਗਲ ਸ੍ਰਿਸ਼ਟ ਵਾਕੇ ਚਰਨ ਮਲ ਧੋਈ। ਜੋ ਪ੍ਰਾਣੀ ਕਾਹੂ ਨਾ ਆਵਤ ਕਾਮ। ਜਿਹੜਾ ਇਨਸਾਨ ਕਿਸੇ ਵੀ ਕੰਮ ਦਾ ਨਹੀਂ ਸੀਗਾ, ਕਿਤੇ ਵੀ ਕੰਮ ਨਹੀਂ ਆਉਂਦਾ ਸੀ, ਕਿਸੇ ਦੇ ਵੀ ਕੰਮ ਨਹੀਂ, ਕਿਸੇ ਦਾ ਵੀ ਕੰਮ ਨਹੀਂ, ਔਰ ਕਿਤੇ ਵੀ ਕੰਮ ਨਹੀਂ ਆਉਂਦਾ ਸੀਗਾ। ਜੋ ਪ੍ਰਾਣੀ ਕਾਹੂ ਨਾ ਆਵਤ ਕਾਮ, ਸੰਤ ਪ੍ਰਸਾਦ ਤਾਕੋ ਜਪੀਏ ਨਾਮ। ਕਹਿੰਦੇ ਕੈਸੀ ਕਮਾਲ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹਨੇ ਸਿਰਫ ਚੇਂਜ ਕੀ ਹੋਇਆ, ਉਹਨੇ ਬਸ ਇਹ ਧਿਆਨ ਸਿਮਰਨ, ਇਹ ਭਗਤੀ, ਪ੍ਰੇਮਾ ਭਗਤੀ ਸ਼ੁਰੂ ਕਰ ਦਿੱਤੀ। ਕਹਿੰਦੇ ਉਹਦੇ ਨਾਲ ਹੁਣ ਲੋਕੀ ਉਹਨੂੰ ਬਾਰ-ਬਾਰ ਯਾਦ ਕਰਦੇ ਆ। ਹੁਣ ਦੇਖ ਲਓ ਆਪਾਂ ਜਿੰਨੇ ਕਬੀਰ ਜੀ, ਫਰੀਦ ਜੀ ਜਿਹੜੇ ਹੈਗੇ, ਬੇਣੀ ਜੀ, ਜਿਹੜੇ ਸਾਰਿਆਂ ਦੁਨੀਆ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਜਿਹੜਾ ਹੈਗਾ ਜ਼ੁਬਾਨ 'ਤੇ ਹੁੰਦਾ ਹੈ। ਸੰਤ ਪ੍ਰਸਾਦ ਤਾਕੋ ਜਪੀਏ ਨਾਮ, ਸਾਰੇ ਯਾਦ ਕਰਦੇ। ਜੋ ਪ੍ਰਾਣੀ ਕਾਹੂ ਨਾ ਆਵਤ ਕਾਮ। ਦੇਖੋ ਕਹਿੰਦੇ ਮਹਾਰਾਜ ਕਹਿੰਦੇ ਕਿ ਕਿਤੇ ਮਰਜੀ, ਜੇ ਜਾਂ ਮਰਜੀ ਹੈਗਾ, ਜਿਸ ਸਟੇਜ 'ਤੇ ਮਰਜੀ ਹੈਗਾ ਪਿਆਰਿਆ, ਇਹ ਕੰਮ ਸ਼ੁਰੂ ਕਰ ਦੇ ਔਰ ਤੂੰ ਜਿਹੜਾ ਹੈਗਾ ਚੇਂਜ ਹੋ ਜਾਏਗਾ, ਉਚਾਈ ਆ ਜਾਏਗੀ ਤੇਰੇ ਕੋਲ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਬਸ ਆ ਦੇਖ ਲਓ, ਸਾਧ ਸੰਗਤ ਕਰਨੀ ਪਊਗੀ ਭਾਈ। ਇਹ ਸਾਧੂ, ਗੁਰੂ, ਬ੍ਰਹਮ ਗਿਆਨੀ, ਗੁਰਮਤ ਇਹ ਜ਼ਰੂਰ ਲੈਣੀ ਪਊਗੀ। ਇਹਦੇ ਨਾਲ ਸੁੱਤਾ ਹੋਇਆ ਮਨ, ਕਿਉਂਕਿ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਪਰਮਾਤਮਾ ਆਏਗਾ, ਅਸੀਂ ਕੌਣ ਹੈਗੇ ਹਾਂ, ਇਹ ਜਿਹੜੀ ਇਹ ਮਾਇਆ ਕੀ ਹੈਗੀ, ਇਹ ਧੋਖਾ ਟਰੈਪ, ਇਹ ਜਿਹੜੇ ਹੈਗੇ, ਇਹ ਜਿਹੜੇ ਆਪਾਂ ਨੂੰ ਜਿਹੜਾ ਚੋਗਾ ਪਿਆ ਹੋਇਆ ਹੈ, ਇਹ ਪਰਿਵਾਰ, ਇਹ ਰਿਸ਼ਤੇਦਾਰ, ਇਹ ਸਾਰੇ ਦੇ ਸਾਰੇ ਇਹ ਆਪਾਂ ਨੂੰ ਜਿਹੜੇ ਹੈਗੇ ਇਹ ਕੀ ਹੈਗੇ ਆ, ਇਹਨਾਂ ਦੇ ਨਾਲ ਮੋਹ ਆਪਣਾ ਲੱਗ ਰਿਹਾ। ਇਹ ਕਿਉਂ ਲੱਗ ਰਿਹਾ ਆ ਮੋਹ? ਸਾਧ ਸੰਗਤ ਤੋਂ ਬਗੈਰ ਇਹਨੇ ਸੁੱਤੇ ਮਨ ਨੇ ਜਾਗਣਾ ਹੀ ਨਹੀਂ ਆ। ਮੋਹ ਦੇ ਵਿੱਚ ਹੀ ਜਿਹੜੀ ਆਪਣਾ ਜਨਮ ਖਤਮ ਹੋ ਜਾਣਾ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਸੰਗਤ ਕਰੇਗਾ ਪਿਆਰਿਆ, ਸੰਗਤ ਗੁਰੂ ਨੇ ਤੇਰੇ ਮਨ ਨੂੰ ਮੋਲਡ ਕਰ ਦੇਣਾ ਹੈ, ਮਨ ਨੂੰ ਜਿਹੜਾ ਹੈਗਾ ਗਿਆਨ ਦੇਣਾ ਹੈ। ਗਿਆਨ ਦੇ ਨਾਲ ਜਿਹੜਾ ਤੈਨੂੰ ਜਿਹੜੀ ਹੈਗੀ ਤੇਰੇ ਅੰਦਰ ਸੱਚ ਔਰ ਝੂਠ ਦੀ ਪਰਖ ਆਉਣੀ ਆ, ਔਰ ਫਿਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਵੱਲ ਤੇਰੀ ਜਿਹੜੀ ਹੈਗੀ ਖਿੱਚ ਬਣਨੀ ਆ। ਆਸਾ ਮਹੱਲਾ ਪੰਜਵਾਂ। ਏਕੋ ਏਕੀ ਨੈਣ ਨਿਹਾਰੋਂ, ਸਦਾ ਸਦਾ ਹਰ ਨਾਮ ਸਮਾਰੋਂ। ਕਹਿੰਦੇ ਬਸ ਕੋਈ ਦੂਸਰਾ ਹੈ ਹੀ ਨਹੀਂ। ਕਹਿੰਦੇ ਮਹਾਰਾਜ ਕਹਿੰਦੇ ਆ ਮੈਂ ਕਰਦਾ ਹਾਂ ਭਾਈ, ਉਹ ਮਾਲਕ ਪਰਮਾਤਮਾ ਮੇਰੇ ਅੰਦਰ ਬਾਹਰ ਹਰ ਜਗ੍ਹਾ 'ਤੇ ਜੋ ਕੁਛ ਵੀ ਦਿਸਦਾ ਹੈ ਮਾਲਕ ਪਰਮਾਤਮਾ ਹੀ ਹੈਗਾ, ਉਹਦਾ ਹੀ ਰੂਪ ਹੈਗਾ ਭਾਈ। ਉਹ ਰੂਪ ਬਟਾ ਕੇ ਹੈਗਾ, ਉਹਦੇ ਅੰਦਰ ਹੀ ਹੈਗਾ, ਉਸੇ ਨੂੰ ਮੈਂ ਦੇਖਦਾ ਹਾਂ। ਹਾਲੇ ਦਰਸ਼ਨ ਨਹੀਂ ਹੋਏ। ਮਹਾਰਾਜ ਕਹਿੰਦੇ ਮੈਨੂੰ ਜੋ ਕੁਛ ਵੀ ਹੈਗਾ ਉਹ ਮਾਲਕ ਪਰਮਾਤਮਾ ਹੀ ਹੈਗਾ, ਮੈਂ ਕੋਈ ਦੂਸਰਾ ਨਹੀਂ ਸਮਝਦਾ। ਏਕੋ ਏਕੀ ਨੈਣ ਨਿਹਾਰੋਂ, ਸਦਾ ਸਦਾ ਹਰ ਨਾਮ ਸਮਾਰੋਂ। ਕਹਿੰਦੇ ਬਸ ਉਹ ਮਾਲਕ ਪਰਮਾਤਮਾ ਦੇ ਨਾਮ। ਹੁਣ ਵਿਚਾਰ ਜਾਣਗੇ ਕਿੱਥੇ, ਜਦ ਚਾਰ ਸਪੇਰੇ ਤਾਂ ਸੇਮ ਲੈਵਲ ਹੋ ਗਿਆ, ਇੱਕ ਲੈਵਲ ਹੈ, ਦੂਸਰਾ ਕੋਈ ਹੈ ਹੀ ਨਹੀਂ। ਲੈਵਲ ਡਿਫਰੈਂਸ ਹੋਊਗਾ ਤਾਂ ਜਿਹੜਾ ਹੈਗਾ ਜਿਹੜੀ ਹੈਗੀ ਕੋਈ ਚੀਜ਼ ਚੱਲੇਗੀ। ਏਕੋ ਏਕੀ ਨੈਣ ਨਿਹਾਰੋਂ, ਸਦਾ ਸਦਾ ਹਰ ਨਾਮ ਸਮਾਰੋਂ। ਰਾਮ ਰਾਮਾ ਰਾਮਾ ਗੁਣ ਗਾਵੋਂ। ਉਹ ਰਾਮ ਜਿਹੜਾ ਰਮਿਆ ਹੋਇਆ ਆ ਸਾਰੀ ਸ੍ਰਿਸ਼ਟੀ ਦੇ ਵਿੱਚ, ਕਹਿੰਦੇ ਉਸ ਰਾਮਾਂ ਦੇ ਗੁਣ ਗਾਵਾਂ ਮੈਂ। ਕਿਵੇਂ ਗੁਣ ਗਾਵਾਂ? ਕਹਿੰਦੇ ਰਾਮਾ ਰਾਮਾ, ਵਾਹਿਗੁਰੂ ਵਾਹਿਗੁਰੂ, ਅੱਲਾਹੁ ਅੱਲਾਹੁ, ਹਰੀ ਓਮ ਹਰੀ ਓਮ। ਉਹਦੇ ਨਾਮ ਦੇ ਦੁਆਰਾ ਉਹਨੂੰ ਯਾਦ ਕਰਕੇ, ਉਹਨੂੰ ਜਿਹੜਾ ਸਮਰਨ ਕਰਕੇ। ਸੰਤ ਪ੍ਰਤਾਪ ਸਾਧ ਕੈ ਸੰਗੇ, ਹਰ ਹਰ ਨਾਮ ਧਿਆਵੋ ਰੇ ਰਹਾਓ। ਦੇਖੋ ਹੁਣ 2 ਵਾਰੀ ਲਿਖਿਆ ਇੱਥੇ। ਕਹਿੰਦੇ ਸੰਤ ਪ੍ਰਤਾਪ, ਕਹਿੰਦੇ ਗੁਰੂ ਦੇ ਪ੍ਰਤਾਪ ਦੇ ਨਾਲ, ਸੰਤਾਂ ਦੇ ਪ੍ਰਤਾਪ ਦੇ ਨਾਲ, ਤੇ ਸਾਧ ਕੈ ਸੰਗੇ, ਗੁਰੂ ਦੀ ਸੰਗਤ ਦੇ ਦੁਆਰਾ। 2 ਵਾਰੀ ਦੇਖੋ ਕਹਿ ਰਿਹਾ ਮਹਾਰਾਜ, ਇਹ ਗੁਰੂ ਦੀ ਮੱਤ, ਇਹ ਸਾਧ ਸੰਗਤ। ਸੰਤ ਪ੍ਰਤਾਪ ਸਾਧ ਕੈ ਸੰਗੇ, ਹਰ ਹਰ ਨਾਮ ਧਿਆਵੋ ਰੇ। ਕਹਿੰਦੇ ਨਾਮ ਜਿਹੜਾ ਹੈਗਾ ਧਿਆਇਆ ਜਾ। ਇਸ ਤਰ੍ਹਾਂ ਮੈਂ ਧਿਆਉਣਾ ਹੈ ਨਾਮ। ਰਾਮ ਰਾਮਾ ਰਾਮਾ ਗੁਣ ਗਾਵੋਂ, ਸੰਤ ਪ੍ਰਤਾਪ ਸਾਧ ਕੇ ਸੰਗੇ, ਹਰ ਹਰ ਨਾਮ ਧਿਆਵੋ ਰੇ ਰਹਾਓ। ਸਗਲ ਸਮਗਰੀ ਜਾ ਕੇ ਸੂਤ ਪਰੋਈ। ਕਹਿੰਦੇ ਸਾਰੀ ਸਮਗਰੀ ਜਿਹੜੀ ਹੈਗੀ ਆ ਉਹ ਮਾਲਕ ਪਰਮਾਤਮਾ ਦੇ ਸੂਤ ਦੇ ਵਿੱਚ ਪਰੋਈ ਹੋਈ ਹੈ।
ਸ਼ਕਤੀ ਮਾਲਕ ਦੀ ਪਿੱਛੇ ਹੈਗੀ, ਨਹੀਂ ਪਤਾ ਲੱਗਦਾ। ਆਪਾਂ ਸੋਚਦੇ ਹਾਂ ਸਰੀਰ ਜਿਹੜਾ ਹੈਗਾ ਪੰਜਾਂ ਤੱਤਾਂ ਦਾ, ਇਹ ਜਿਹੜਾ ਹੈ ਆਪਣੇ ਆਪ ਗਤੀ ਕਰ ਰਿਹਾ। ਨਾ, ਇਹਦੇ ਪਿੱਛੇ ਮਾਲਕ ਦੀ ਪ੍ਰਾਣ ਸ਼ਕਤੀ ਹੈ, ਮਾਲਕ ਪਰਮਾਤਮਾ, ਇਹਦੇ ਪਿੱਛੇ ਉਹਦੀ ਪਾਵਰ ਹੈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਨਿਰਗੁਣ ਨਹੀਂ ਦਿਸਦਾ। ਸਗਲ ਸਮਗਰੀ ਜਾ ਕੇ ਸੂਤ ਪਰੋਈ, ਕਹਿੰਦੇ ਜੋ ਕੁਛ ਵੀ ਦਿਸ ਰਿਹਾ ਹੈ ਤੁਹਾਨੂੰ, ਜੋ ਵੀ ਆਕਾਰ, ਜੋ ਕੁਛ ਵੀ ਜਿਹੜਾ ਹੈਗਾ ਜੜ ਪਦਾਰਥ ਜੋ ਵੀ ਨਜ਼ਰ ਆ ਰਿਹਾ, ਉਹ ਮਾਲਕ ਦੇ ਸੂਤ ਦੇ ਵਿੱਚ ਪਰੋਏ ਹੈ। ਉਹਦੀ ਸ਼ਕਤੀ ਹੈਗੀ, ਕੋਈ ਨਸ਼ਟ ਨਹੀਂ ਕਰ ਸਕਦੇ ਆਪਾਂ ਕਿਸੇ ਨੂੰ ਵੀ। ਆਪਾਂ ਰੇਤੇ ਦੇ ਕਣ ਨੂੰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਨਹੀਂ ਨਸ਼ਟ ਕਰ ਸਕਦੇ ਭਾਈ। ਉਹਨੂੰ ਭਾਵੇਂ ਤੋੜ ਦਈਏ, ਉਹਨੂੰ ਪੀਸ ਦਈਏ, ਫਿਰ ਉਹ ਬਦਲ ਗਿਆ, ਉਹਦੀ ਜਿਹੜੀ ਹੈਗੀ ਆ ਉਹ ਬਦਲ ਗਈ, ਉਹਦੀ ਟਰਾਂਸਫਾਰਮ ਹੋ ਗਿਆ। ਸਗਲ ਸਮਗਰੀ ਜਾ ਕੇ ਸੂਤ ਪਰੋਈ, ਘਟ ਘਟ ਅੰਤਰ ਰਵਿਆ ਸੋਈ। ਇਸ ਤਰ੍ਹਾਂ ਕਹਿੰਦੇ ਘਟ ਘਟ ਦੇ ਵਿੱਚ ਉਹੀ ਮਾਲਕ ਪਰਮਾਤਮਾ ਰਵਿਆ ਹੋਇਆ ਆ। ਉਪਤ ਪਰਲੋ ਖਿੰਨ ਮੈਂ ਕਰਤਾ, ਉਹ ਮਾਲਕ ਪਰਮਾਤਮਾ ਕਹਿੰਦੇ ਆ ਐਸਾ ਉਹ ਮਾਲਕ ਪਰਮਾਤਮਾ ਹੈ, ਉਤਪਤੀ ਤੇ ਪਰਲੋ ਇੱਕ ਖਿੰਨ ਦੇ ਵਿੱਚ ਕਰ ਸਕਦਾ। ਸਾਰੀ ਸ੍ਰਿਸ਼ਟੀ ਇੱਕ ਖਿੰਨ 'ਚ ਬਣਾ ਸਕਦਾ, ਇੱਕ ਖਿੰਨ 'ਚ ਤੋੜ ਸਕਦਾ। ਉਪਤ ਪਰਲੋ ਖਿੰਨ ਮੈਂ ਕਰਤਾ, ਆਪ ਅਲੇਪਾ ਨਿਰਗੁਣ ਰਹਿਤਾ। ਔਰ ਦੇਖ ਲਓ ਸਾਰੀ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੈਗਾ ਸੂਤ ਦੇ ਵਿੱਚ ਸਾਰੀ ਸਗਲ ਸਮਗਰੀ ਜਾ ਕੇ ਸੂਤ ਪਰੋਈ, ਘਟ ਘਟ ਅੰਤਰ ਰਵਿਆ ਸੋਈ। ਔਰ ਫਿਰ ਜਿਹੜਾ ਹੈਗਾ ਆਪ ਅਲੇਪਾ ਨਿਰਗੁਣ ਰਹਿਤਾ, ਕਹਿੰਦਾ ਆਪ ਅਲੇਪ ਹੈ ਭਾਈ, ਨਿਰਗੁਣ ਹੈਗਾ। ਉਹ ਕੋਈ ਗੁਣ ਨਹੀਂ ਗ੍ਰਹਿਣ ਕਰਦਾ, ਨਾ ਤਮੋ ਰਜੋ ਸਤੋ ਮਾਇਆ ਦਾ ਕੋਈ ਗੁਣ ਨਹੀਂ ਗ੍ਰਹਿਣ ਕਰਦਾ, ਅਲੇਪ ਹੈਗਾ, ਦੁੱਖ ਸੁੱਖ ਤੋਂ ਪਰੇ। ਕਰਨ ਕਰਾਵਨ ਅੰਤਰਜਾਮੀ, ਕਰਨ ਵਾਲਾ ਵੀ ਹੈ ਤੇ ਕਰਵਾਉਣ ਵਾਲਾ ਵੀ ਹੈ ਤੇ ਸਾਰਿਆਂ ਦੀ ਅੰਦਰ ਦੀ ਜਾਣਨ ਵਾਲਾ ਵੀ ਹੈਗਾ। ਆਨੰਦ ਕਰੇ ਨਾਨਕ ਕਾ ਸੁਆਮੀ, ਕਹਿੰਦਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਖੇੜੇ ਦੇ ਵਿੱਚ ਹੈ, ਹਮੇਸ਼ਾ ਖੇੜੇ ਦੇ ਵਿੱਚ ਹੈ, ਆਨੰਦ ਦੇ ਵਿੱਚ ਹੈਗਾ। ਆਸਾ ਮਹੱਲਾ ਪੰਜਵਾਂ। ਕੋਟ ਜਨਮ ਕੇ ਰਹੇ ਪਵਾਰੇ, ਕਰੋੜਾਂ ਜਨਮਾਂ ਦੇ ਦੇਖ ਲਓ, ਕਰੋੜਾਂ ਜਨਮਾਂ ਦੇ। ਆਪਾਂ ਤਾਂ ਜਿਹੜੇ ਹੈਗੇ ਨਾਸ ਹੋਣ ਵਾਲੇ ਹੀ ਨਹੀਂ ਹੈ ਭਾਈ। ਪਤਾ ਨਹੀਂ ਕਦੋਂ ਦੇ, ਜਦ ਦੀ ਸ੍ਰਿਸ਼ਟੀ ਤੋਂ ਪਹਿਲਾਂ ਦੇ ਹੈਗੇ ਆਪਾਂ। ਸ੍ਰਿਸ਼ਟੀ ਤਾਂ ਬਾਅਦ 'ਚ ਬਣੀ ਆ, ਆਪਾਂ ਤਾਂ ਪਹਿਲਾਂ ਦੇ ਹੈਗੇ, ਮਾਲਕ ਪਰਮਾਤਮਾ ਦਾ ਅੰਸ਼ ਹੈਗੇ ਆ। ਕੋਟ ਜਨਮ ਕੇ ਰਹੇ ਪਵਾਰੇ, ਕਹਿੰਦੇ ਕਰੋੜਾਂ ਜਨਮਾਂ ਦੇ ਜਿਹੜੇ ਹੈਗੇ ਆ, ਜਨਮ ਮਰਨ ਦੇ ਪਵਾਰੇ ਕਹਿੰਦੇ ਖਤਮ ਹੋ ਗਏ, ਰਹਿ ਗਏ। ਦੁਰਲਭ ਦੇ ਜੀਤੀ ਨਹੀਂ ਹਾਰੇ। ਆ ਜਿਹੜੀ ਰੇਅਰ ਜਿਹੜੀ ਆਪਾਂ ਨੂੰ ਸਰੀਰ ਮਿਲਿਆ ਸੀ, ਮਨੁੱਖਾ ਸਰੀਰ ਮਿਲਿਆ ਸੀਗਾ, ਕਹਿੰਦੇ ਸਰੀਰ ਦੇ ਨਾਲ ਹੁਣ ਜਿਹੜਾ ਹੈਗਾ ਮੈਂ ਉਹ ਖੇਡ ਜਿਹੜੀ ਮਾਲਕ ਨੇ ਪਾਈ ਸੀਗੀ ਉਹ ਜਿੱਤ ਲਈ, ਹੁਣ ਨਹੀਂ ਹਾਰਿਆ ਮੈਂ। ਕੋਟ ਜਨਮ ਕੇ ਰਹੇ ਪਵਾਰੇ, ਦੁਰਲਭ ਦੇ ਜੀਤੀ ਨਹੀਂ ਹਾਰੇ। ਕਿਵੇਂ ਪਾਈ, ਕਿਵੇਂ, ਕਿਸ ਤਰ੍ਹਾਂ ਹੋ ਗਿਆ ਇਹ ਸਾਰਾ ਚਮਤਕਾਰ। ਕਿਲ ਵਿਖ ਵਿਨਾਸੇ ਦੁੱਖ ਦਰਦ ਦੂਰ, ਕਹਿੰਦੇ ਮੇਰੇ ਸਾਰੇ ਬੱਜਰ ਪਾਪ ਖਤਮ ਹੋ ਗਏ, ਮੇਰਾ ਦੁੱਖ ਦਰਦ ਸਾਰਾ ਦੂਰ ਹੋ ਗਿਆ। ਕਿਵੇਂ ਹੋ ਗਿਆ? ਪਏ ਪੁਨੀਤ ਸੰਤਨ ਕੀ ਧੂੜ, ਕਹਿੰਦੇ ਪਵਿੱਤਰ ਹੋ ਗਏ ਸੰਤਾਂ ਦੀ ਧੂੜ ਦੇ ਨਾਲ, ਇਹ ਗੁਰਮਤ ਦੇ ਨਾਲ, ਬ੍ਰਹਮ ਗਿਆਨ ਦੇ ਨਾਲ, ਬ੍ਰਹਮ ਗਿਆਨੀਆਂ ਦੀ ਜਿਹੜੀ ਹੈਗੀ ਜਿਹੜੀ ਇੰਸਟਰਕਸ਼ਨ ਦੇ ਨਾਲ, ਉਹਦੇ ਨਾਲ ਪਵਿੱਤਰ ਹੋ ਗਏ ਭਾਈ। ਪਵਿੱਤਰ ਤੋਂ ਵੀ ਅਗਲਾ ਪੁਨੀਤ ਹੁੰਦਾ ਹੈ, ਪੁੰਨ ਕਰ ਲੈ। ਕਿਲਵਿਕ ਬਿਨਾਸੇ ਦੁੱਖ ਦਰਦ ਦੂਰ, ਪਏ ਪੁਨੀਤ ਸੰਤਨ ਕੀ ਧੂੜ ਰਹਾਓ। ਇਹਦਾ ਮਤਲਬ ਡੈਫੀਨੇਟਲੀ ਆਪਾਂ ਨੂੰ ਜਿਹੜੀ ਹੈਗੀ ਸੰਤਾਂ ਦੀ ਧੂੜ ਲੈਣੀ ਪਊਗੀ ਭਾਈ। ਪ੍ਰਭ ਕੇ ਸੰਤ ਉਦਾਹਰਨ ਜੋਗ, ਕਹਿੰਦੇ ਮਾਲਕ ਨੇ ਸੰਤ ਬਣਾਈ ਇਸ ਵਾਸਤੇ ਹੈ, ਗੁਰੂ ਇਸ ਵਾਸਤੇ, ਬ੍ਰਹਮ ਗਿਆਨੀ ਇਸ ਵਾਸਤੇ ਹੀ ਹੈਗੇ। ਉਹਨਾਂ ਨੇ ਦੂਸਰੇ ਦਾ ਉਦਾਹਰਨਾ ਹੈ ਸੰਗਤ ਨੂੰ। ਜੇ ਬ੍ਰਹਮ ਗਿਆਨੀ ਨਾ ਹੋਣਗੇ ਤੇ ਫਿਰ ਤਾਂ ਜਿਹੜਾ ਹੈਗਾ ਬਸ ਫਿਰ ਸਾਰੇ ਜਿਹੜੇ ਹੈਗੇ ਇਨਸਾਨ ਬਚੂਗਾ ਹੀ ਨਹੀਂ, ਸਾਰੇ ਦੇ ਸਾਰੇ ਜਿਹੜੇ ਹੈ ਜੂਨਾਂ ਦੇ ਵਿੱਚ ਚਲੇ ਜਾਣਗੇ। ਜੀ ਸੰਤਨ ਕੀ ਧੂੜ ਦੁਬਾਰਾ ਦੱਸ ਦਿਓ। ਸੰਤਨ ਦੀ ਧੂੜ ਜਿਹੜੀ ਹੈਗੀ ਬ੍ਰਹਮ ਗਿਆਨੀਆਂ ਦੀ ਗਾਈਡੈਂਸ, ਬ੍ਰਹਮ ਗਿਆਨੀਆਂ ਦੀ ਗਾਈਡੈਂਸ। ਆਹ ਜਿਹੜੀ ਸਾਰੀ ਗੁਰੂ ਦੀ ਮੱਤ ਆ, ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਇਹ ਸਾਰੇ ਸੰਤਾਂ ਦੀ ਧੂੜ ਹੀ ਤਾਂ ਹੈਗੇ। ਠੀਕ ਹੈ ਜੀ। ਹਾਂ, ਕਿਲਵਿਕ ਬਿਨਾਸੇ ਦੁੱਖ ਦਰਦ ਦੂਰ, ਭਏ ਪੁਨੀਤ ਸੰਤਨ ਕੀ ਧੂਰ ਰਹਾਓ। ਪ੍ਰਭ ਕੇ ਸੰਤ ਉਦਾਹਰਨ ਜੋਗ, ਤਿਸ ਭੇਟੇ ਜਿਸ ਤੁਰ ਸੰਜੋਗ। ਹਾਂ, ਇੱਥੇ ਭੇਟਦੇ ਉਹਨੂੰ ਆ ਪਾਈ ਜਿਨ੍ਹਾਂ ਦੇ ਧੁਰੋਂ ਸੰਜੋਗ ਹੁੰਦੇ ਆ,
ਜਾਂ ਜਿਹੜੇ ਧੁਰੇ ਦੇ ਨਾਲ ਜੁੜਨਾ ਚਾਹੁੰਦੇ, ਜਿਨ੍ਹਾਂ ਦੇ ਅੰਦਰ ਇੱਛਾ ਹੈਗੀ ਮਾਲਕ ਪਰਮਾਤਮਾ ਦੇ ਨਾਲ ਧੁਰੇ ਨਾਲ ਜੁੜਨ ਦੀ, ਉਹਨਾਂ ਨੂੰ ਜਿਹੜੇ ਹੈਗੇ ਭੇਟਦੇ ਆ ਸੰਤ। ਔਰ ਸੰਤਾਂ ਨੂੰ ਭਟਾਉਣਾ ਮਾਲਕ ਪਰਮਾਤਮਾ ਦਾ ਕੰਮ ਹੈਗਾ। ਮਨੇ ਆਨੰਦ ਮੰਤਰ ਗੁਰ ਦੀਆ। ਔਰ ਸੰਤਾਂ ਨੇ ਫਿਰ ਕੀ ਕੀਤਾ? ਆ ਮੰਤਰ ਦੇ ਦਿੱਤਾ, ਆ ਜੁਗਤੀ ਦੇ ਦਿੱਤੀ, ਆ ਨੁਕਤਾ ਦੇ ਦਿੱਤਾ। ਉਹ ਨੁਕਤਾ, ਉਹ ਜੋ ਇਹਨਾਂ ਗੁਰੂ ਦੇ ਹੁਕਮ ਹੈਗੇ, ਜੋ ਗੁਰੂ ਦੀ ਮੱਤ ਹੈਗੀ, ਜੋ ਗੁਰੂ ਕਹਿ ਰਹੇ ਕਾਰਵਾਈ ਕਰਨ ਵਾਸਤੇ, ਉਹ ਦਿੱਤਾ। ਅਤੇ ਉਹਦੀ ਕਮਾਈ ਕਰਨ ਦੇ ਨਾਲ ਤ੍ਰਿਸ਼ਨ ਬੁਝੀ ਮਨ ਨਿਸ਼ਚਲ ਥੀਆ। ਤ੍ਰਿਸ਼ਨਾ ਵੀ ਬੁਝ ਗਈ ਔਰ ਮਨ ਜਿਹੜਾ ਹੈਗਾ ਨਿਸ਼ਚਲ ਹੋ ਗਿਆ। ਉਹਨਾਂ ਨੇ ਕੀ ਮੰਤਰ ਧਿਆਨ ਸਿਮਰਨ ਦਿੱਤਾ, ਆਪਣੇ ਅੰਦਰ ਵੜਨਾ ਦਿੱਤਾ ਹੈ। ਨਾਮ ਪਦਾਰਥ 9 ਨਿਧ ਸਿੱਧ। ਨਾਮ ਪਦਾਰਥ 9 ਨਿਧੀਆਂ 18 ਸਿੱਧੀਆਂ ਪਾਈ। ਗੁਰ ਤੇ ਨਾਨਕ ਗੁਰ ਤੇ ਪਾਈ ਬੁੱਧ। ਗੁਰੂ ਕੋਲੋਂ ਬੁੱਧੀ ਪ੍ਰਾਪਤ ਹੋ ਗਈ। ਆ ਗੁਰੂ ਤੋਂ ਆਪਾਂ ਕੀ ਲੈ ਰਹੇ ਹਾਂ? ਗੁਰੂ ਤੋਂ ਆਪਾਂ ਗੁਰੂ ਦੀ ਮੱਤ ਲੈ ਰਹੇ ਹਾਂ। ਗੁਰੂ ਤੋਂ ਗੁਰੂ ਦੀ ਬੁੱਧੀ ਲੈ ਰਹੇ ਹਾਂ ਆਪਾਂ। ਇਹ ਬੁੱਧੀ ਦੇ ਨਾਲ ਫਿਰ ਆਪਾਂ ਜਿਹੜੇ ਹੈਗੇ ਆ, ਇਸ ਦੇ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਕਾਰਵਾਈ ਕਰਾਂਗੇ, ਆਪਣੇ ਜੀਵਨ ਨੂੰ ਚਲਾਵਾਂਗੇ। ਅਤੇ ਨਾਮ ਪਦਾਰਥ 9 ਨਿਧ, ਇਸ 9 ਨਿਧੀਆਂ 18 ਸਿੱਧੀਆਂ, ਇੰਨਾ ਕੀਮਤੀ ਨਾਮ ਪਦਾਰਥ ਪ੍ਰਾਪਤ ਹੋ ਜਾਏਗਾ। ਨਾਮ ਪਦਾਰਥ 9 ਨਿਧ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਗੁਰੂ ਨੇ ਕੀ ਕਰਨਾ? ਗੁਰੂ ਨੇ ਬੁੱਧੀ ਦੇਣੀ ਹੈ ਪਾਈ। ਨਹੀਂ ਸਿਰ 'ਤੇ ਹੱਥ ਰੱਖ ਕੇ, ਪਿੱਠ 'ਤੇ ਹੱਥ ਰੱਖ ਕੇ ਨਹੀਂ ਗੁਰੂ ਨੇ ਤਾਰਨਾ। ਗੁਰੂ ਨੇ ਇੰਸਟਰਕਸ਼ਨ ਦੇਣੀ ਹੈ ਪਾਈ। ਗੁਰੂ ਨੇ ਆਪਾਂ ਨੂੰ ਜਿਹੜੀ ਕੋਚਿੰਗ ਦੇਣੀ ਹੈ। ਉਹ ਰਿੰਗ ਦੇ ਵਿੱਚ ਫਿਰ ਆਪਾਂ ਨੂੰ ਧਿਆਨ ਸਿਮਰਨ ਆਪਾਂ ਨੂੰ ਹੀ ਕਰਨਾ ਪੈਣਾ। ਲੜਾਈ ਆਪਾਂ ਨੂੰ ਹੀ ਲੜਨੀ ਪੈਣੀ ਹੈ ਯੋਧਿਆਂ ਦੇ ਨਾਲ। ਇਹ ਖੇਡ ਆਪਾਂ ਨੂੰ ਹੀ ਖੇਡਣੀ ਪੈਣੀ ਹੈ। ਨਾਮ ਪਦਾਰਥ 9 ਨਿਧ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਉਹ ਕਬੀਰ ਜੀ ਦਾ ਸੀ ਨਾ ਵੀ ਜਿਹੜਾ ਹੈਗਾ ਇਹ ਉਹ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਚਾਲ ਜਿਹੜਾ ਸੋਚ ਸਮਝ ਕੇ ਚੱਲ ਪਾਈ। ਜਿਹੜਾ ਹੈਗਾ ਆ ਤੈਨੂੰ ਮਨੁੱਖਾ ਸਰੀਰ ਮਿਲਿਆ, ਖੇਡ ਖੇਡਣੀ ਹੈ ਅਤੇ ਚਾਲ ਸੋਚ ਸਮਝ ਕੇ ਚੱਲ। ਗੁਰੂ ਤੋਂ ਗਾਈਡੈਂਸ ਲਈਏ ਆਪਾਂ, ਜਿਹੜੀ ਇਹ ਚਾਲ ਕਿਵੇਂ ਚੱਲਣੀ ਹੈ ਆਪਾਂ ਨੇ। ਬਾਜੀਗਰੀ ਸੰਸਾਰ ਚੇਤ ਢਾਲ ਪਾਸਾ, ਇਸ ਤਰ੍ਹਾਂ ਦੀ ਤੋਂ ਆਉਂਦੀ ਹੈ। ਕੱਲ ਹੀ ਮੇਰੇ ਖਿਆਲ ਆਪਾਂ ਨੇ ਲਈ ਸੀਗੀ। ਆਸਾ ਮਹੱਲਾ 5ਵਾਂ। ਮਿਟੀ ਇਤਿਹਾਸ ਅਗਿਆਨ ਅੰਧੇਰੇ। ਕਹਿੰਦੇ ਪਿਆਸ ਜਨਮਾਂ ਦੀ ਜਿਹੜੀ ਹੈ ਤ੍ਰਿਸ਼ਨਾ ਮਿਟ ਗਈ। ਅਗਿਆਨਤਾ ਦੇ ਨਾਲ ਜਿਹੜੀ ਅੰਧੇਰਾ ਸੀਗਾ ਉਹ ਵੀ ਦੂਰ ਹੋ ਗਿਆ, ਅਗਿਆਨਤਾ ਦਾ ਹਨੇਰਾ। ਸਾਧ ਸੇਵਾ ਅੱਗ ਘਟੇ ਕਨੇਰੇ। ਕਹਿੰਦੇ ਆਇਆ ਸਾਧ ਸੇਵਾ, ਸਾਧ ਸੰਗਤ। ਗੁਰੂ ਜੋ ਕਹਿ ਰਿਹਾ ਉਹ ਕਾਰਵਾਈ ਕੀਤੀ ਅਤੇ ਮੇਰੇ ਬੱਜਰ ਪਾਪ ਕਨੇਰੇ ਜਿਹੜੇ ਸੀ ਜਨਮਾਂ ਦੇ ਉਹ ਵੀ ਕੱਟ ਗਏ। ਸੁਖ ਸਹਿਜ ਆਨੰਦ ਘਨਾ। ਸੁੱਖ ਆ ਗਿਆ, ਕਹਿੰਦੇ ਸਹਿਜ ਅਵਸਥਾ ਆ ਗਈ, ਘਨਾ ਆਨੰਦ ਆ ਗਿਆ। ਕਹਿੰਦੇ ਗੁਰ ਸੇਵਾ ਤੇ ਪਏ ਮਨ ਨਿਰਮਲ, ਹਰ 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 ਨਾਮ ਸੁਨਾ ਰਹਾਓ। ਕਹਿੰਦੇ ਗੁਰੂ ਦੀ ਸੇਵਾ ਦੇ ਨਾਲ ਮਨ ਨਿਰਮਲ ਹੋ ਗਿਆ ਔਰ ਉਹ ਨਾਮ ਜਿਹੜਾ ਹੈ ਮੇਰੇ ਅੰਦਰ ਸੁਣ ਲੱਗ ਗਿਆ, ਆਪਣੇ ਆਪ ਮੇਰੇ ਅੰਦਰ ਨਾਮ ਚੱਲਣ ਲੱਗ ਗਿਆ। ਗੁਰ ਸੇਵਾ ਤੇ ਪਾਏ ਮਨ ਨਿਰਮਲ, ਹਰ 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 ਨਾਮ ਸੁਨਾ ਰਹਾਓ। ਬਿਨ ਸਿਓ ਮਨ ਕਾ ਮੂਰਖ ਢੀਠਾ। ਔਰ ਮਨ ਜਿਹੜਾ ਸੀ ਐਸਾ ਮੂਰਖ ਸੀਗਾ, ਐਸਾ ਢੀਠ ਸੀਗਾ, ਮੰਨਦਾ ਹੀ ਨਹੀਂ ਸੀਗਾ। ਕਹਿੰਦੇ ਇਹਦੀ ਇਹ ਢੀਠਪੁਣਾ ਜਿਹੜਾ ਹੈਗਾ, ਇਹ ਅੜੀਅਲ ਸੁਭਾਅ ਜਿਹੜਾ ਹੈਗਾ ਇਹਦਾ, ਕਹਿੰਦੇ ਇਹਨੇ ਛੱਡ ਦਿੱਤਾ। ਅੜੀਅਲ ਸੁਭਾਅ ਛੱਡ ਦਿੱਤਾ ਇਹਨੇ। ਬਿਨ ਸਿਓ ਮਨ ਕਾ ਮੂਰਖ ਢੀਠਾ, ਪ੍ਰਭ ਕਾ ਪਾਣਾ ਲਾਗਾ ਮਿੱਠਾ। ਹੁਣ ਜਿਹੜਾ ਹੈਗਾ ਪਰਮਾਤਮਾ ਜੋ ਕਰਦਾ ਜੋ ਹੁੰਦਾ ਇਹਨੂੰ ਮਿੱਠਾ ਲੱਗਦਾ, ਚੰਗਾ ਲੱਗਦਾ। ਗੁਰ ਪੂਰੇ ਕੇ ਚਰਨ ਗਹੇ। ਕਹਿੰਦੇ ਪੂਰੇ ਗੁਰੂ ਦੇ ਚਰਨ ਜਿਹੜੇ ਸ਼ਬਦ ਰੂਪ ਚਰਨ ਆ ਉਹ ਫੜ ਲਏ। ਕੋਟ ਜਨਮ ਕੇ ਪਾਪ ਲਹੇ। ਉਹਦੇ ਨਾਲ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਹੈਗੇ ਲੈ ਗਏ। ਹਿਰਦੈ ਸ਼ਬਦ ਚਰਨ ਸਤਿਗੁਰ ਕੋ, ਜਨ ਨਾਨਕ ਬਾਂਧਿਓ ਪਾਲ। ਆ ਚਰਨ ਹੈਗੇ ਭਾਈ, ਚੌਥੀ ਪਾਤਸ਼ਾਹੀ ਕਹਿ ਰਹੀ ਹੈ। ਗੁਰ ਪੂਰੇ ਕੇ ਚਰਨ ਗਹੇ। ਸ਼ਬਦ ਚਰਨ ਹੀ ਤਾਂ ਫੜਨੇ ਆ ਆਪਾਂ ਨੇ, ਚਰਨ ਜਿਹੜੇ ਅੰਦਰ ਪ੍ਰਗਟ ਹੋਣੇ ਆ।
ਹਿਰਦੇ ਦੇ ਵਿੱਚ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਜਨ ਨਾਨਕ ਬਾਂਧਿਓ ਪਾਲ, ਉਹੀ ਸ਼ਬਦ ਹੈਗਾ। 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਨ, ਸਤ ਕਾ ਸ਼ਬਦ ਕਬੀਰਾ ਕਹੈ, ਗੁਰਮੁਖ ਹੋਏ ਸੋ ਅਨਭਉ ਰਹੈ। ਗੁਰਪੂਰੇ ਕੇ ਚਰਨ ਗਏ, ਕੋਟ ਜਨਮ ਕੇ ਪਾਪ ਲਹੇ, ਕਰੋੜਾਂ ਜਨਮਾਂ ਦੇ ਪਾਪ ਕਹਿੰਦੇ ਲੈ ਜਾਂਦੇ ਆ। ਰਤਨ ਜਨਮ ਇਹ ਸਫਲ ਪਿਆ, ਕਹਿੰਦੇ ਆ ਮਨੁੱਖਾ ਸਰੀਰ ਜਿਹੜਾ ਮਿਲਿਆ ਸੀਗਾ ਨਾ, ਇੰਨਾ ਕੀਮਤੀ ਸੀਗਾ, ਕਹਿੰਦੇ ਸਫਲ ਹੋ ਗਿਆ, ਨਹੀਂ ਤਾਂ ਇਹਨੇ ਉੱਡ ਜਾਣਾ ਸੀ, ਕੌਡੀਆਂ ਦੇ ਭਾਅ ਉੱਡ ਜਾਣਾ ਸੀ। ਰਤਨ ਜਨਮ ਇਹ ਸਫਲ ਪਿਆ, ਕਹੋ ਨਾਨਕ ਪ੍ਰਭ ਕਰੀ ਮੈਂ। ਉਹ ਮਾਲਕ ਪਰਮਾਤਮਾ ਨੇ ਮਿਹਰ ਕਰ ਦਿੱਤੀ, ਮਾਲਕ ਦੇ ਅੱਗੇ ਪੁਕਾਰ ਕੀਤੀ ਵੀ ਮਾਲਕਾ ਮੈਨੂੰ ਆਹ ਰਸਤਾ ਚਾਹੀਦਾ, ਮੈਂ ਇਸ ਰਸਤੇ 'ਤੇ ਤੁਰਨਾ ਚਾਹੁੰਦਾ। ਤਾਂ ਜਿਹੜਾ ਹੈਗਾ ਇਹ ਸਾਰੀ ਕਾਰਵਾਈ ਹੋਈ। ਆਖਰੀ ਦੇ ਵਿੱਚ ਮਹਾਰਾਜ ਦੱਸ ਰਹੇ, ਕਹੋ ਨਾਨਕ ਪ੍ਰਭ ਕਰੀ ਮਾਇਆ। ਇਹ ਸਾਰਾ ਕੁਝ ਉੱਪਰ ਗੁਰੂ ਨੂੰ ਮਿਲਾਉਣਾ, ਉਹਦੇ ਚਰਨ, ਮਨ ਦਾ ਮੂਰਖ ਢੀਠਾਪਨ ਦੂਰ ਹੋਣਾ, ਨਾਮ ਨੂੰ ਸੁਣਨਾ, ਗੁਰੂ ਦੀ ਸੇਵਾ, ਇਹ ਸਾਰੀ ਇਹ ਉਸ ਤੋਂ ਬਾਅਦ ਜਿਹੜੀ ਹੈਗੀ ਮਾਲਕ ਨੇ ਮਿਹਰ ਕੀਤੀ ਹੈ। ਅਤੇ ਆਹ ਚੀਜ਼ ਆਪਾਂ ਨੂੰ ਮਾਲਕ ਪਰਮਾਤਮਾ ਦਿੰਦਾ ਹੈ। ਆਸਾ ਮਹਲਾ ਪੰਜਵਾਂ। ਸਤਿਗੁਰ ਆਪਣਾ ਸਦ ਸਦਾ ਸਮਾਰੇ, ਗੁਰ ਕੇ ਚਰਨ ਕੇ ਸੰਗ ਚਾਰੇ। ਕਹਿੰਦੇ ਭਾਈ ਜੋ ਸਤਿਗੁਰੂ ਕਹਿ ਰਿਹਾ ਹੈ, ਭਾਈ ਦੇ ਸਦਾ ਜਿਹੜਾ ਹੈਗਾ ਉਹਨੂੰ ਸੰਭਾਲ ਲਾ। ਸਤਿਗੁਰੂ ਕਹਿ ਰਿਹਾ ਵੀ ਧਿਆਨ ਸਿਮਰਨ ਕਰ, ਮਾਲਕ ਪਰਮਾਤਮਾ ਨੂੰ ਯਾਦ ਰੱਖ, ਉਹਨੂੰ ਅੰਗ ਸੰਗ ਹੋ, ਮਾਲਕ ਨੂੰ ਅੰਗ ਸੰਗ, ਆਪਣੇ ਅੰਗ ਸੰਗ ਦੇਖ। ਸਤਿਗੁਰ ਆਪਣਾ ਸਦ ਸਦਾ ਸਮਾਰੇ, ਗੁਰ ਕੇ ਚਰਨ ਕੇ ਸੰਗ ਚਾਰੇ। ਗੁਰੂ ਦੀ ਚਰਨ, ਗੁਰੂ ਦੀ ਮੱਤ ਜਿਹੜੀ ਹੈਗੀ ਆ ਯਾਦ ਰੱਖ ਲਾ। ਗੁਰੂ ਦੀ ਮੱਤ ਲੈ ਕੇ ਅੰਦਰ ਸ਼ਬਦ ਪ੍ਰਗਟ ਕਰ, ਗੁਰੂ ਦੇ ਚਰਨਾਂ ਨੂੰ ਕਹਿੰਦੇ ਕੇਸਾਂ ਦੇ ਨਾਲ ਝਾੜ ਉਹਨੂੰ। ਕੇਸਾਂ ਦੇ ਨਾਲ ਝਾੜਨਾ ਕੀ ਆ ਕਿ ਬਿਲਕੁਲ ਜਿਹੜਾ ਹੈਗਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦੇ। ਸਤਿਗੁਰ ਆਪਣਾ ਸਦ ਸਦਾ ਸਮਾਰੇ, ਗੁਰ ਕੇ ਚਰਨ ਕੇ ਸੰਗ ਚਾਰੇ। ਜਾਗ ਰੇ ਮਨ ਜਾਗਣ ਹਾਰੇ। ਹੇ ਮੇਰੇ ਮਨਾ, ਕਿੱਥੇ ਸੁੱਤਿਆ ਪਿਆ ਆ ਮਾਇਆ ਦੀ ਨੀਂਦ ਦੇ ਵਿੱਚ, ਇਹ ਚੋਗੇ ਦੇ ਉੱਤੇ। ਜਾਗ ਜਾਗ, ਇਹਨੇ ਕਿਸੇ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ। ਕੋਈ ਚੀਜ਼ ਜਿਹੜੀ ਹੈਗੀ ਆ, ਜਿਹੜੀ ਜਿੰਨਾ ਕੁ ਤੂੰ ਯੂਜ਼ ਕਰ ਲੇਗਾ ਓਨਾ ਕੀ ਤੇਰਾ ਯੂਜ਼ ਆ। ਬਾਕੀ ਸਾਰਾ ਕੁਛ ਜਿਹੜਾ ਹੈਗਾ ਉਹ ਤੇਰੇ ਤੋਂ ਤੂੰ ਫਾਲਤੂ ਜਿਹੜਾ ਹੈਗਾ, ਜਿਹੜੀ ਕਹਿੰਦੇ ਆ ਬੇਗਾਰੀ ਕਰਦਾ ਹੈ। ਜਾਗ ਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ ਰਾਹ। ਦੇਖ ਲਾ ਪਿਆਰਿਆ, ਸਮਝ ਜਾ। ਨਹੀਂ ਨਾਮ ਦੇ ਬਗੈਰ, ਪਰਮਾਤਮਾ ਦੀ ਭਗਤੀ ਦੇ ਬਗੈਰ ਕੋਈ ਚੀਜ਼ ਨੇ ਕੰਮ ਆਉਣਾ। ਇਹ ਝੂਠਾ ਮੋਹ ਹੈ, ਤੇਰਾ ਅਟੈਚਮੈਂਟ ਝੂਠੀ ਹੈ, ਝੂਠੀ ਹੈਗੀ। ਕਾਹਦੇ ਨਾਲ? ਮਿਥਿਆ ਪਸਾਰੇ। ਆ ਚੋਗਾ ਪਸਾਰਿਆ ਹੋਇਆ ਹੈ, ਤਰ੍ਹਾਂ ਤਰ੍ਹਾਂ ਦਾ ਚੋਗਾ ਪਿਆ ਹੋਇਆ, ਤਰ੍ਹਾਂ ਤਰ੍ਹਾਂ ਦੇ ਸੰਗੀ ਸਾਥੀ ਮਿਲੇ ਹੋਏ ਆ ਤੈਨੂੰ। ਇਹ ਸਾਰਾ ਝੂਠਾ ਹੈਗਾ, ਇਹੀ ਮੋਹ ਹੈਗਾ, ਇਹ ਪਸਾਰਾ ਹੈਗਾ, ਇਹਦੇ ਨਾਲ ਮੋਹ ਹੈਗਾ। ਦਿਸ ਰਿਹਾ ਆਕਾਰ ਹੈਗਾ ਸਾਰਾ, ਬਿਲਕੁਲ ਦਿਸਦਾ ਹੈ। ਬਿਨਾ ਰਾਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ। ਜਾਗ ਰਹੇ ਮਨ ਜਾਗਣ ਹਾਰੇ। ਦੇਖ ਲਓ ਭਾਈ, ਇੱਥੇ ਜਾਗਣਾ ਹੈ ਆਪਾਂ ਨੇ, ਮਨ ਨੇ ਜਾਗਣਾ ਹੈ। ਮਨ ਹੀ ਤਾਂ ਜਿਹੜਾ ਹੈਗਾ ਲੱਗਿਆ ਹੋਇਆ ਮਾਇਆ ਦੇ ਵਿੱਚ। ਮਨ ਹੀ ਤਾਂ ਕਹਿੰਦਾ ਹੈ ਭਾਈ, ਮਨ ਹੀ ਤਾਂ ਜਿਹੜਾ ਹੈਗਾ ਸੁਰਤ ਜਿਹੜੀ ਹੈ ਲੈ ਕੇ ਜਾਂਦਾ ਹੈ। ਮਨ ਜਿਹੜਾ ਹੈਗਾ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੇ ਥਰੂ ਆ ਚੋਗੇ ਤੇ ਪਿਆ ਹੈ। ਮਿਥਿਆ ਜਿਹੜਾ ਹੈਗਾ ਪਸਾਰਾ ਪਿਆ ਹੋਇਆ। ਇਹੀ ਤਾਂ ਮਾਲਕ ਨੇ ਖੇਡ ਪਾਈ ਹੋਈ, ਪਸਾਰ ਕੇ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਬਿਲਕੁਲ ਜਿਹੜਾ ਹੈਗਾ ਐਸਾ ਜਿਹੜਾ ਖਿੱਚ ਪਾਈ ਹੋਈ ਹੈ। ਇਹ ਝੂਠ ਹੈਗਾ ਪਰ, ਔਰ ਇਹਦੇ ਨਾਲ ਮੋਹ ਹੈਗਾ। ਬਿਨ ਹਰਾਵਰ ਨਾ ਆਵਸ ਕਾਮਾ। ਔਰ ਦੇਖ ਲਓ, ਭਗਤੀ ਤੋਂ ਬਗੈਰ ਪਰਮਾਤਮਾ ਦੇ ਵੱਲ ਜਿਹੜਾ ਹੈਗਾ ਧਿਆਨ ਸਿਮਰਨ ਤੋਂ ਇਲਾਵਾ ਇਹ ਕੋਈ ਚੀਜ਼ ਤੇਰੇ ਕੰਮ ਆਉਣ, ਆਪਣੇ ਕੰਮ ਆਉਣ ਵਾਲੀ ਨਹੀਂ ਹੈਗੀ। ਜਾਗ ਰਹੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ ਰਹਾਓ। ਗੁਰ ਕੀ ਬਾਣੀ ਸਿਓ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਕਹਿੰਦੇ ਗੁਰੂ ਦੀ ਬਾਣੀ ਦੇ ਨਾਲ ਰੰਗ ਲਾ, ਰੰਗਿਆ ਜਾਏ ਇਸ ਬਾਣੀ ਦੇ ਵਿੱਚ। ਫਿਰ ਇੱਥੇ ਬਾਣੀ ਦੇ ਨਾਲ ਆਪਾਂ ਨੇ ਜਿਹੜਾ ਹੈ ਗੁਰੂ ਦੀ ਮੱਤ ਜਿਹੜੀ ਹੈਗੀ ਉਹਦੇ ਨਾਲ ਲਾ ਦੇਣੀ ਹੈ, ਫਿਰ ਅਧੂਰੀ ਰਹਿ ਜਾਣੀ ਹੈ ਮਹਾਰਾਜ ਦੀ ਜਿਹੜੀ ਹੈਗੀ। ਫਿਰ ਨਹੀਂ ਪਕੜ ਪਾਵਾਂਗੇ ਆਪਾਂ ਇਸ ਸ਼ਬਦ ਦੀ ਉਚਾਈ।
ਉਹ ਫਿਰ ਧਿਆਨ ਸਿਮਰਨ, ਉਹ ਬਾਣੀ ਅਨਹਦ ਬਾਣੀ ਹਰ ਹਰ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਤੇ ਸਾਰਾ ਉਸ ਜਗ੍ਹਾ ਤੱਕ ਉਹ ਲਵਾਂਗੇ ਤਾਂ ਜਿਹੜਾ ਹੈਗਾ ਸ਼ਬਦ ਦੀ ਉਚਾਈ ਫੜਾਂਗੇ। ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਗੁਰੂ ਕਿਰਪਾਲ ਹੋ ਜਾਂਦਾ ਤੇ ਦੁੱਖ ਚਲੇ ਜਾਂਦਾ ਹੈ। ਗੁਰੂ ਤਾਂ ਪਰਮਾਤਮਾ ਦਾ ਅੰਸ਼ ਹੈ, ਪਰਮਾਤਮਾ ਦਾ ਰੂਪ ਹੈਗਾ ਭਾਈ। ਗੁਰੂ ਤੱਕ ਕਿਰਪਾਲ ਹੈ। ਗੁਰੂ ਦੀ ਕਿਰਪਾ ਜਿਹੜਾ ਲੈਂਦਾ ਹੈ ਉਸ 'ਤੇ ਕਿਰਪਾਲ ਹੋ ਜਾਂਦਾ ਹੈ। ਜਿਹੜਾ ਜੋ ਗੁਰੂ ਦੇ ਅਨੁਸਾਰ ਚੱਲਦਾ ਹੈ, ਜੋ ਗੁਰੂ ਦੀ ਬਾਣੀ ਦੇ ਵਿੱਚ ਰੰਗਿਆ ਜਾਂਦਾ ਹੈ, ਉਹਦੇ 'ਤੇ ਗੁਰੂ ਕਿਰਪਾਲ ਹੋ ਜਾਂਦਾ ਹੈ। ਗੁਰਬਿੰਦ ਦੂਜਾ ਨਾਹੀ ਥਾਉ, ਕਹਿੰਦੇ ਹੋਰ ਕੋਈ ਨੋ ਆਪਸ਼ਨ ਐਟ ਆਲ। ਗੁਰੂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ, ਬ੍ਰਹਮ ਗਿਆਨੀਆਂ ਤੋਂ ਬਗੈਰ ਕੋਈ ਹੋਰ ਰਸਤਾ ਹੀ ਨਹੀਂ ਹੈਗਾ। ਗੁਰਬਿੰਦ ਦੂਜਾ ਨਾਹੀ, ਕਿਤੇ ਵੀ ਕੋਈ ਜਗ੍ਹਾ ਹੀ ਨਹੀਂ ਹੈਗੀ। ਕੋਈ ਮਾਲਕ ਨੇ ਬਣਾਈ ਨਹੀਂ ਹੈ, ਉਸ ਕਰਤੇ ਨੇ ਕੋਈ ਆਪਸ਼ਨ ਹੀ ਨਹੀਂ ਦਿੱਤਾ। ਜੇ ਆਪਸ਼ਨ ਹੁੰਦਾ ਤੇ ਮਹਾਰਾਜ ਕਹਿ ਦਿੰਦੇ ਭਾਈ ਗੁਰਬਿੰਦ ਦੂਜਾ ਨਾਹੀ ਥਾਉ, ਗੁਰਦਾਤਾ ਗੁਰ ਦੇਵੇ ਨਾਉ। ਗੁਰੂ ਦਾਤਾ ਹੈ, ਗੁਰੂ ਨੇ ਨਾਮ ਦੇਣਾ ਹੈ ਭਾਈ। ਗੁਰੂ ਦੇ ਕੋਲ ਆ, ਮਾਲਕ ਨੇ ਦਾਤ ਗੁਰੂ ਦੇ ਕੋਲ ਦਿੱਤੀ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਗੁਰਬਿੰਦ ਦੂਜਾ ਨਾਹੀ ਥਾਉ, ਗੁਰਦਾਤਾ ਗੁਰ ਦੇਵੇ ਨਾਉ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ। ਲਓ ਦੇਖੋ, ਕਹਿੰਦੇ ਹੋ ਗੁਰੂ ਪਾਰ ਬ੍ਰਹਮ ਪਰਮੇਸ਼ਰ ਆਪ ਹੈਗਾ ਭਾਈ। ਉਹਦੇ ਵਿੱਚ ਮਰਜ ਹੈ। ਗੁਰੂ ਜਿਹੜਾ ਹੈਗਾ ਇਹ ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੈਗਾ। ਉਹ ਗੁਰੂ ਹੈਗਾ ਜਿਹਨੂੰ ਬਾਣੀ ਆਉਂਦੀ ਆ, ਜਿਹਨੂੰ ਆ ਗੁਰੂ ਦੀ ਮੱਤ ਆਈ ਆ, ਜਿਹਨੂੰ ਇਹ ਬ੍ਰਹਮ ਗਿਆਨ ਆਉਂਦਾ ਹੈ, ਉਹ ਗੁਰੂ ਹੈ। ਸ਼ਬਦ ਬ੍ਰਹਮ ਹੈ ਜਿਹਦੇ ਕੋਲ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਉਹ ਤਾਂ ਮਾਲਕ ਪਰਮਾ ਤਾਂ ਪੂਰਨ ਸਾਗਰ ਦੇ ਵਿੱਚ ਹੈਗੀ ਆ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, 8 ਪਹਿਰ ਨਾਨਕ ਗੁਰ ਜਾਪ। ਜੋ ਗੁਰੂ ਕਹਿ ਰਿਹਾ ਉਸ ਨੂੰ 8 ਪਹਿਰ ਜਿਹੜਾ ਹੈਗਾ ਉਹ ਕਾਰਵਾਈ ਕਰ, ਉਹਨੂੰ ਜਪ। ਆਸਾ ਮਹੱਲਾ ਪੰਜਵਾਂ। ਆਪੇ ਪੇੜ ਵਿਸਥਾਰੀ ਸਾਖ। ਕਹਿੰਦੇ ਮਾਲਕ ਪਰਮਾਤਮਾ ਉਹ ਦਰਖਤ ਹੈਗਾ ਤੇ ਬਾਕੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੀ ਸ਼ਾਖਾ ਹੈਗੀ। ਆਪ ਹੀ ਹੈਗਾ ਭਾਈ, ਆਪ ਹੀ ਸਾਰਾ ਹੈਗਾ। ਉਹਦੇ ਵਿੱਚੋਂ ਹੀ ਸਾਰੀਆਂ ਸ਼ਾਖਾਵਾਂ ਨਿਕਲੀਆਂ ਹੋਈਆਂ। ਸਾਰਾ ਕੁਛ ਮਾਲਕ ਦੇ ਨਾਲ ਜੁੜਿਆ। ਜੋ ਵੀ ਦਿਸ ਰਿਹਾ ਸਾਰਾ ਉਹਦੇ ਨਾਲ ਜੁੜਿਆ ਹੋਇਆ ਹੈ ਭਾਈ, ਉਸ ਤੋਂ ਅਲੱਗ ਹੋ ਹੀ ਨਹੀਂ ਸਕਦਾ। ਆਸਾ ਮਹੱਲਾ ਪੰਜਵਾਂ। ਆਪੇ ਪੇੜ ਵਿਸਥਾਰੀ ਸਾਖ। ਆਪਣੀ ਖੇਤੀ ਆਪੇ ਰਾਖ। ਉਹਦੀ ਖੇਤੀ ਹੈਗੀ ਮਾਲਕ ਪਰਮਾਤਮਾ ਦੀ, ਆਪੇ ਰੱਖਣੀ ਹੈ ਉਹਨੇ, ਉਹ ਜਾਣਦਾ ਹੈ। ਆਪਣੀ ਖੇਤੀ ਆਪੇ ਰਾਖ। ਜਤ ਕਤ ਪੇਖੋਂ ਇੱਕ ਹੈ ਉਹੀ। ਬਸ ਕਹਿੰਦੇ ਆਹ ਚੀਜ਼ ਕਰ। ਜਿੱਥੇ ਕਿੱਥੇ ਵੀ ਦੇਖਦਾ ਹੈ ਉਸ ਮਾਲਕ ਤੋਂ ਇਲਾਵਾ ਕੋਈ ਨਹੀਂ ਹੈਗਾ, ਉਹਨੂੰ ਹੀ ਦੇਖ। ਘਟ ਘਟ ਅੰਤਰ ਆਪੇ ਸੋਈ। ਹਰੇਕ ਦੇ ਅੰਦਰ ਘਟ ਘਟ ਦੇ ਵਿੱਚ ਉਹ ਮਾਲਕ ਪਰਮਾਤਮਾ ਹੀ ਹੈਗਾ। ਰਹਾਓ ਜਤ ਕਤ ਪੇਖੋਂ ਇੱਕ ਹੈ ਉਹੀ। ਘਟ ਘਟ ਅੰਤਰ ਆਪੇ ਸੋਈ। ਰਹਾਓ ਆਪੇ ਸੂਰ ਕਿਰਨ ਵਿਸਥਾਰ। ਦੇਖ ਸੂਰਜ ਮਾਲਕ ਪਰਮਾਤਮਾ ਹੈਗਾ ਤੇ ਇਹਦੀਆਂ ਕਿਰਨਾਂ ਹੈਗੀਆਂ ਬਾਕੀ ਸਾਰੀਆਂ। ਸੂਰਜ ਤੋਂ ਸਾਰੀਆਂ ਕਿਰਨਾਂ ਨਿਕਲ ਰਹੀਆਂ। ਇਸ ਤਰ੍ਹਾਂ ਵਿਸਤਾਰਾ ਹੋਇਆ ਹੈ ਮਾਲਕ ਪਰਮਾਤਮਾ ਦਾ। ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਖਾਰ। ਦੇਖ ਲਾ, ਉਹੀ ਮਾਲਕ ਪਰਮਾਤਮਾ ਗੁਪਤ ਵੀ ਹੈਗਾ ਤੇ ਉਹੀ ਆਕਾਰ ਵੀ ਹੈਗਾ। ਇਹ ਦੋ ਚੀਜ਼ਾਂ ਦੇ ਵਿੱਚ ਹੈਗੇ, ਦੋ ਹੈਗੇ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਸਰਗੁਣ ਤੇ ਨਿਰਗੁਣ। ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ। ਸਰਗੁਣ ਨਿਰਗੁਣ ਥਾਪੈ ਨਾਉ। ਉਹ ਮਾਲਕ ਪਰਮਾਤਮਾ ਨੇ ਸਰਗੁਣ ਤੇ ਨਿਰਗੁਣ ਜਿਹੜੇ ਹੈਗੇ ਦੋ ਰੂਪ ਹੈਗੇ, ਦੋਨਾਂ ਨੂੰ ਜਿਹੜਾ ਹੈਗਾ ਇਹਦੇ ਨਾਲ ਉਹਨੇ ਥਾਪਿਆ ਸਾਰੀ ਸ੍ਰਿਸ਼ਟੀ ਨੂੰ। ਸਰਗੁਣ ਵੀ ਹੈਗਾ ਤੇ ਨਿਰਗੁਣ ਵੀ ਹੈਗਾ ਉਹਦੇ ਵਿੱਚ। ਸਰਗੁਣ ਦਿਸਦਾ ਹੈ, ਨਿਰਗੁਣ ਨਹੀਂ ਦਿਸਦਾ। ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਨਾਮ ਜਿਹੜੇ ਸਾਰੀ ਸ੍ਰਿਸ਼ਟੀ ਥਾਪੀ ਹੋਈ ਆ, ਇਹ ਸਰਗੁਣ ਤੇ ਨਿਰਗੁਣ ਦੋਨਾਂ ਦੇ ਨਾਲ ਹੀ ਹੈਗੀ ਆ। ਇਹ ਇਕੱਲੀ ਸਰਗੁਣ ਨਹੀਂ ਹੋ ਸਕਦੀ। ਸਰਗੁਣ ਨਿਰਗੁਣ ਥਾਪੇ ਨਾਉ, ਦੋਹ ਮਿਲ ਏਕੈ ਕੀਨੋ ਠਾਉ। ਕਹਿੰਦੇ ਦੋਨੋਂ ਜਿਹੜੇ ਹੈਗੇ ਇੱਕੋ ਹੀ ਹੈਗੇ ਆ, ਇੱਕ ਹੈ ਦੋਨਾਂ ਨੇ, ਦੋਨੋਂ ਇੱਕੋ ਟਿਕਾਣੇ ਤੇ ਹੈਗੇ ਆ। ਦੋਨੋਂ ਸਰਗੁਣ ਤੇ ਨਿਰਗੁਣ ਇੱਕੋ ਹੀ ਟਿਕਾਣੇ ਤੇ ਆ, ਇੱਕੋ ਦੇ ਵਿੱਚ ਹੈਗੇ ਆ।
ਸਰਗੁਣ ਨਿਰਗੁਣ ਥਾਪੇ ਨਾਉ, ਦੋਹ ਮਿਲ ਏਕੈ ਕੀਨੋ ਠਾਉ। ਕਹੋ ਨਾਨਕ ਗੁਰੇ ਭ੍ਰਮ ਭਉ ਖੋਇਆ। ਆਹ ਦੇਖ ਲਓ, ਹੁਣ ਜੇ ਆਪਾਂ ਉੱਪਰਲੀ ਆ ਗੱਲ ਨੂੰ ਆਪਣੇ ਅੰਦਰ ਵਸਾ ਲਾਂਗੇ ਤੇ ਆ ਭਰਮ ਜਿਹੜਾ ਹੈਗਾ ਚਲੇ ਜਾਏਗਾ ਭਾਈ। ਇਸ ਤਰ੍ਹਾਂ ਗੁਰੂ ਜਿਹੜਾ ਹੈਗਾ ਭਰਮ ਦੂਰ ਕਰਦਾ ਹੈ। ਕਹੋ ਨਾਨਕ ਗੁਰੇ ਭ੍ਰਮ ਭਉ ਖੋਇਆ। ਔਰ ਡਰ ਵੀ ਮਾਇਆ ਦਾ ਖਤਮ ਹੋ ਜਾਂਦਾ ਹੈ, ਕਿਉਂਕਿ ਮਾਲਕ ਪਰਮਾਤਮਾ ਹੀ ਹੈਗਾ, ਹੋਰ ਕੋਈ ਹੈ ਹੀ ਨਹੀਂ ਹੈਗਾ ਉਸ ਤੋਂ ਇਲਾਵਾ। ਕਹੋ ਨਾਨਕ ਗੁਰੇ ਭਰਮ ਭਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਤੇ ਫਿਰ ਜਿਹੜਾ ਹੈਗਾ ਜਿਹਦਾ ਭਰਮ ਚਲਾ ਗਿਆ, ਉਹਨੂੰ ਜਿਹੜਾ ਹੈਗਾ ਉਹਨੂੰ ਅੱਖਾਂ ਨੂੰ ਜਿਹੜਾ ਹੈਗਾ ਉਸ ਮਾਲਕ ਤੋਂ ਇਲਾਵਾ, ਉਹ ਆਨੰਦ ਰੂਪ ਰਮਈਏ ਤੋਂ ਇਲਾਵਾ ਹੋਰ ਕੌਣ ਦਿਸੇਗਾ ਭਾਈ। ਆਨੰਦ ਰੂਪ ਸਭ ਨੈਣ ਅਲੋਇਆ। ਜੋ ਦਿਸ ਰਿਹਾ ਹੈ ਸਾਰਾ ਦਾ ਸਾਰਾ ਮਾਲਕ ਪਰਮਾਤਮਾ ਹੀ ਹੈਗਾ। ਵੀਰ ਜੀ, ਹਾਂਜੀ, ਜਿਹੜੀ ਆਪਾਂ ਪਹਿਲਾਂ ਪਰ ਦੀ ਗੱਲ ਕੀਤੀ ਸੀ, ਉਹ ਇੱਥੇ ਗੁਰੂ ਸਾਹਿਬ ਨੇ ਪ੍ਰੂਵ ਕਰਤੀ ਵੀ ਇੱਥੇ ਹੋਰ ਕੁਛ ਨਹੀਂ ਹੈਗਾ ਇੱਕ ਤੋਂ ਸਿਵਾਏ। ਹਾਂ ਬਿਲਕੁਲ, ਦੇਖ ਲਓ ਦੋਨੋਂ ਸਰਗੁਣ ਤੇ ਨਿਰਗੁਣ ਇੱਕੋ ਹੀ ਹੈਗੇ। ਪਰ ਵੀਰ ਜੀ, ਉਹ ਪਰਕਾ ਬੁਰਾ ਨਾ ਰੱਖੋ ਜੀ, ਉਹ ਤਾਂ ਸਾਡੇ ਦੁਨਿਆਵੀ ਬੰਦਿਆਂ ਵਾਸਤੇ ਹੈ। ਜੇ ਇੱਕ ਦੇਖਣ ਲੱਗਾ ਫਿਰ ਤਾਂ ਗੱਲ ਮੁੱਕ ਗਈ। ਬਿਲਕੁਲ ਬਿਲਕੁਲ ਠੀਕ ਹੈ। ਹਾਂਜੀ ਵੀਰ ਜੀ, ਇਹੀ ਤਾਂ ਆਪਾਂ ਸਿੱਖਣਾ ਨਾ, ਹੌਲੀ ਹੌਲੀ ਇਹੀ ਲਰਨ ਕਰਨਾ ਨਾ। ਇਹੀ ਤਾਂ ਆਪਾਂ ਨੇ ਜਿਹੜਾ ਹੈਗਾ ਇਸੇ ਚੀਜ਼ ਨੂੰ ਆਪਣੇ ਅੰਦਰ ਲੈ ਕੇ ਆਉਣਾ ਹੈ, ਬਸ ਇਹੀ ਤਾਂ ਗੇਮ ਹੈ। ਹਾਂਜੀ ਹਾਂਜੀ। ਆਸਾ ਮਹਲਾ ਪੰਜਵਾਂ। ਉਕਤ ਸਿਆਣਪ ਕਿਛੂ ਨਾ ਜਾਣਾ। ਦੇਖ ਲਓ ਹੁਣ ਜਿਹੜੇ ਹੈਗੇ ਕਿੰਨੀ ਨਿਮਰਤਾ ਹੈ, ਦੇਖੋ ਹੈ ਕਿੰਨੀ ਗਰੀਬੀ ਹੈਗੀ। ਇਹ ਪੰਜਵੀਂ ਪਾਤਸ਼ਾਹੀ ਜਿਹੜੀ ਹੈਗੀ ਦੇਖੋ ਕੀ ਕਹਿ ਰਹੇ, ਕਹਿੰਦੇ ਉਕਤ, ਕਹਿੰਦੇ ਮੈਂ ਕੋਈ ਜਿਹੜੀ ਹੈਗੀ ਉਕਤੀ ਨਹੀਂ ਜਾਣਦਾ। ਉਕਤੀ ਕਹਿੰਦੇ ਆਰਗੂਮੈਂਟ, ਕਹਿੰਦੇ ਮੈਂ ਨਹੀਂ ਕੁਛ ਜਾਣਦਾ ਨਾ ਮੈਂ ਸਿਆਣਪ, ਮੇਰੀ ਕੋਈ ਸਿਆਣਪ ਨਹੀਂ ਹੈ। ਆਈ ਐਮ ਨਾਟ ਇੰਟੈਲੀਜੈਂਟ ਐਟ ਆਲ। ਉਕਤ ਸਿਆਣਪ ਕਿਛੂ ਨਾ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ। ਬਸ ਦਿਨ ਰਾਤ ਮਾਲਕਾ ਤੇਰੀ ਜਿਹੜੀ ਹੈਗੀ ਹੈ ਧਿਆਨ ਸਿਮਰਨ ਕਰਦਾ ਰਵਾਂ। ਮੈਂ ਨਿਰਗੁਣ ਗੁਣ ਨਾ ਹੀ ਕੋਏ, ਕਹਿੰਦੇ ਮੈਂ ਤਾਂ ਸਖਣਾ ਹੈਗਾ ਗੁਣਾਂ ਤੋਂ, ਮੇਰੇ ਕੋਲ ਕੋਈ ਗੁਣ ਹੈ ਹੀ ਨਹੀਂ ਹੈ। ਕਰਨ ਕਰਾਵਨ ਹਾਰ ਪ੍ਰਭ ਸੋਏ। ਉਹ ਮਾਲਕ ਕਰਨ ਵਾਲਾ ਹੈ ਤੇ ਕਰਵਾਉਣ ਵਾਲਾ ਵੀ ਹੈਗਾ, ਉਹ ਮਾਲਕ ਪਰਮਾਤਮਾ ਹੈਗਾ। ਮੈਂ ਨਹੀਂ ਕੁਛ ਜਾਣਦਾ, ਮੇਰੀ ਕੋਈ ਸਿਆਣਪ ਨਹੀਂ ਹੈ, ਮੇਰੇ ਕੋਲ ਕੋਈ ਗੁਣ ਨਹੀਂ ਹੈਗਾ। ਰਹਾਓ ਮੂਰਖ ਮੁਗਧ ਅਗਿਆਨ ਅਵਿਚਾਰੀ। ਮਾਲਕਾ ਮੈਂ ਮੂਰਖ ਹੈਗਾ ਆ, ਮੈਂ ਮੁਗਧ ਹੈਗਾ, ਮੋਇਆ ਹੋਇਆ ਆ ਪੂਰੀ ਇਹ ਪ੍ਰਕਿਰਤੀ ਦੇ ਨਾਲ, ਇਹ ਚੋਗੇ ਦੇ ਨਾਲ। ਮੈਂ ਅਗਿਆਨੀ ਹੈਗਾ ਆ, ਮੈਂ ਵਿਚਾਰ ਵੀ ਨਹੀਂ ਕਰਦਾ। ਮੂਰਖ ਮੁਗਧ ਅਗਿਆਨ ਅਵਿਚਾਰੀ। ਮੈਂ ਸੱਚ ਔਰ ਝੂਠ ਦੀ ਪਰਖ ਵੀ ਨਹੀਂ ਕਰ ਸਕਦਾ। ਮੂਰਖ ਮੁਗਧ ਅਗਿਆਨ ਅਵਿਚਾਰੀ, ਨਾਮ ਤੇਰੇ ਕੀ ਆਸ ਮਨ ਤਾਰੀ। ਪਰ ਤੇਰੇ ਨਾਮ ਦੀ ਆਸ ਹੈ ਮਾਲਕਾ, ਮੈਨੂੰ ਤੇਰੇ ਨਾਮ ਦੀ ਆਸ ਹੈ। ਜਪ ਤਪ ਸੰਜਮ ਕਰਮ ਨਾ ਸਾਧਾ। ਮੈਂ ਕੋਈ ਜਪ ਤਪ ਸੰਜਮ ਕਰਮ ਇਹ ਸਾਧਨਾ ਨਹੀਂ ਕੀਤੀ, ਇਹਨਾਂ ਨੂੰ ਨਹੀਂ ਸਾਧਿਆ। ਨਾਮ ਪ੍ਰਭੂ ਕਾ ਮਨੇ ਅਰਾਧਾ। ਬਸ ਤੇਰਾ ਨਾਮ ਹੀ ਜਿਹੜਾ ਹੈਗਾ ਮਨ ਦੇ ਨਾਲ ਅਰਾਧਨਾ ਕੀਤੀ ਹੈ। ਕਿਛੂ ਨਾ ਜਾਣਾ ਮਤ ਮੇਰੀ ਥੋਰੀ। ਮੈਂ ਕੁਛ ਨਹੀਂ ਜਾਣਦਾ ਮਾਲਕਾ, ਮੇਰੀ ਮਤ ਥੋੜੀ ਹੈਗੀ ਆ। ਕਿਛੂ ਨਾ ਜਾਣਾ ਮਤ ਮੇਰੀ ਥੋਰੀ, ਬਿਨਵੰਤ ਨਾਨਕ ਓਟ ਪ੍ਰਭ ਤੇਰੀ। ਮੇਰੀ ਬੇਨਤੀ ਆ ਮਾਲਕਾ, ਮੈਂ ਤਾਂ ਇਹੋ ਜਿਹਾ ਹੈਗਾ ਆ ਤੇ ਤੇਰਾ ਆਸਰਾ ਹੈ ਮਾਲਕਾ। ਤੇਰੇ ਨਾਮ ਤੇ ਤੂੰ ਮਿਹਰ ਕੀਤੀ ਆ, ਤੇਰਾ ਨਾਮ ਦਿੱਤਾ ਹੈ, ਤੇਰੇ ਨਾਮ ਦਾ ਤੇਰਾ ਹੀ ਆਸਰਾ ਹੈ ਮੈਨੂੰ। ਆਸਾ ਮਹਲਾ ਪੰਜਵਾਂ। ਹਰ ਹਰ ਅੱਖਰ ਦੋਏ ਇਹ ਮਾਲਾ। ਬਸ ਕਹਿੰਦੇ ਇੱਕ ਮਾਲਾ ਬਣਾ ਲਾ ਪਿਆਰਿਆ, ਪਰਮੇਸ਼ਰ ਦੇ ਨਾਮ ਦੀ ਮਾਲਾ ਬਣਾ ਲਾ। ਬਸ ਦੋ ਹੀ ਅੱਖਰ ਇਹ ਹੀ ਉਸ ਮਾਲਾ ਦੇ ਵਿੱਚ ਹੋਣ, ਇਹੀ ਮਾਲਾ ਨੂੰ ਫੇਰਦੇ ਰਹਿ ਬਸ। ਹਰ ਹਰ ਅੱਖਰ ਦੋਏ ਮਾਲਾ, ਜਪਤ ਜਪਤ ਪਾਏ ਦੀਨ ਦਿਆਲਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਦੀਨ ਦਿਆਲ, ਜਿਹਦਾ ਨਾਮ ਹੈਗਾ, ਕਹਿੰਦੇ ਤੇਰੇ ਉੱਤੇ ਦਿਆਲ ਹੋ ਜਾਏਗਾ। ਬਸ ਹੰਬਲ ਹੋ ਕੇ ਜਿਹੜਾ ਹੈਗਾ ਇਹ ਕੰਮ ਕਰਦੇ ਰਹਿ। ਹਰ ਹਰ ਅੱਖਰ ਦੋਏ ਮਾਲਾ, ਜਪਤ ਜਪਤ ਪਾਏ ਦੀਨ ਦਿਆਲਾ। ਦੀਨ ਦੇ ਉੱਤੇ ਦਿਆਲ ਹੋ ਗਿਆ ਉਹ ਮਾਲਕ ਪਰਮਾਤਮਾ।
ਇਹੀ ਕਾਰਵਾਈ ਹੈ, ਇਹੀ ਐਕਸ਼ਨ ਹੈਗੇ ਆ। ਕਰੋ ਬੇਨਤੀ ਸਤਿਗੁਰ ਆਪਣੀ। ਬਸ ਕਹਿੰਦੇ ਕਿੱਥੋਂ ਮਿਲਣੇ ਇਹ ਅੱਖਰ? ਕਹਿੰਦੇ ਗੁਰੂ ਕੋਲੋਂ ਮਿਲਣੇ ਆ, ਸਤਿਗੁਰੂ ਕੋਲੋਂ ਮਿਲਣੇ ਆ। ਹੇ ਸਤਿਗੁਰੂ, ਮੇਰੀ ਬੇਨਤੀ ਆ, ਮੈਂ ਆਪਣੀ ਬੇਨਤੀ ਕਰ ਰਿਹਾ, ਮੇਰੀ ਪ੍ਰੋਬਲਮ ਹੈਗੀ ਆ। ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰਾਖੋ ਸਰਨਾਈ। ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ, ਮੈਨੂੰ ਆਪਣੀ ਸੰਗਤ ਦੇ ਵਿੱਚ ਰੱਖੋ, ਮੈਨੂੰ ਆਪਣੀ ਮੱਤ ਦੇਈ ਜਾਓ। ਕਰ ਕਿਰਪਾ ਰਾਖੋ ਸਰਨਾਈ, ਮੋਕੋ ਦਿਓ ਹਰੇ ਹਰ ਜਪਨੀ ਰਾਹੋ। ਮੈਨੂੰ ਆਹ ਜਪਣੀ ਦੇ ਦਿਓ, ਇਹ ਜਿਹੜੀ ਹੈਗੀ ਆ ਇਹ ਮਾਲਾ ਦੇ ਦਿਓ ਮੈਨੂੰ, ਜਿਹੜੀ ਮੇਰੇ ਅੰਦਰ ਚੱਲ ਪਏ। ਕਰੋ ਬੇਨਤੀ ਸਤਿਗੁਰੂ ਆਪਣੀ, ਕਰ ਕਿਰਪਾ ਰਾਖੋ ਸਰਨਾਈ, ਮੋਕੋ ਦਿਓ ਹਰੇ ਹਰ ਜਪਨੀ ਰਹਾਓ। ਹਰ ਮਾਲਾ ਉਹਦੇ ਅੰਤਰ ਧਾਰ ਹੈ। ਇਸੇ ਮਾਲਾ ਨੇ ਉਹਦੇ ਵਿੱਚ, ਹਿਰਦੇ ਦੇ ਵਿੱਚ ਜਾਣਾ ਹੈ ਭਾਈ। ਜਿਹੜਾ ਵੀ ਧਾਰ ਲਏਗਾ, ਜਿਹਦੇ ਵੀ ਇਸੇ ਦੇ ਨਾਲ ਜਪਣ ਦੇ ਨਾਲ ਹੀ ਇਹਨੇ ਅੰਦਰ ਜਾਣਾ ਹੈ। ਜਪ ਹਰ ਹਰ, ਇਹ ਅੰਤ ਉਰ ਧਾਰ ਹੈ। ਉਰ ਦੇ ਵਿੱਚ ਚੌਥੀ ਪਾਤਸ਼ਾਹ ਨੇ ਇੱਕ ਜਗ੍ਹਾ ਲਿਖਿਆ ਹੈ ਵੀ ਉਰ ਦੇ ਵਿੱਚ ਜਾਣਾ ਹੀ ਜਪਣ ਦੇ ਨਾਲ ਹੈ। ਹਰ ਮਾਲਾ ਉਹਦੇ ਅੰਤਰ ਧਾਰ ਹੈ, ਜਨਮ ਮਰਨ ਕਾ ਦੁੱਖ ਨਿਵਾਰੇ। ਕਹਿੰਦੇ ਜਨਮ ਮਰਨ ਦਾ ਜਿਹੜਾ ਗੇੜਾ ਹੈ, ਸਾਈਕਲ ਹੈਗਾ, ਦੁੱਖ ਹੈਗਾ ਜਿਹੜਾ, ਇਹ ਖਤਮ ਹੋ ਜਾਏਗਾ ਤੇਰਾ ਭਾਈ, ਜੇ ਇਹ ਮਾਲਾ ਤੇਰੇ ਉਰਦੇ ਵਿੱਚ ਚੱਲਣ ਲੱਗ ਜਾਏਗੀ। ਇਹ ਮਾਲਾ ਨਹੀਂ ਨਾਲ ਜਾਣਾ ਹੈ ਤੇਰੇ, ਹੋਰ ਕੋਈ ਚੀਜ਼ ਨਾਲ ਨਹੀਂ ਜਾਣੀ। ਹਰ ਮਾਲਾ ਉਰੇ ਅੰਤਰ ਧਾਰੈ, ਜਨਮ ਮਰਨ ਕਾ ਦੁੱਖ ਨਿਵਾਰੈ। ਹਿਰਦੇ ਸੰਭਾਲੈ, ਮੁਖ ਹਰ ਹਰ ਬੋਲੈ। ਕਹਿੰਦੇ ਹਿਰਦੇ ਦੇ ਨਾਲ ਸੰਭਾਲਾ, ਔਰ ਮੂੰਹ ਦੇ ਨਾਲ ਵੀ ਜਿਹੜਾ ਹੈਗਾ ਪਰਮੇਸ਼ਰ ਦਾ ਨਾਮ ਉਚਾਰਨ ਕਰ। ਸੋ ਜਨ ਇਤ ਉਤ ਕਤੈ ਨਾ ਡੋਲੇ। ਕਹਿੰਦੇ ਉਹ ਇੱਥੇ ਉੱਥੇ ਕਿਤੇ ਵੀ, ਲੋਕ ਪਰਲੋਕ ਦੇ ਵਿੱਚ ਕਿਤੇ ਵੀ ਜਿਹੜਾ ਹੈਗਾ, ਕਿਤੇ ਵੀ ਨਹੀਂ ਮਾਇਆ ਉਹਨੂੰ ਡੁਲਾ ਸਕਦੀ। ਹਿਰਦੈ ਸੰਭਾਲੇ, ਮੁਖ ਹਰ ਹਰ ਬੋਲੇ। ਸੋ ਜਨ ਇਤ ਉਤ ਕਤੈ ਨਾ ਡੋਲੇ। ਕਹੋ ਨਾਨਕ ਜੋ ਰਾਚੇ ਨਾਏ। ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਚ ਜਾਂਦਾ ਹੈ। ਹਰ ਮਾਲਾ ਤਾਂ ਕਿ ਸੰਗ ਜਾਏ। ਆਇਆ ਦੇਖੋ ਜਾਣ ਵਾਲੀ ਚੀਜ਼, ਨਾਲ ਜਾਣ ਵਾਲੀ ਚੀਜ਼। ਕਹਿੰਦੇ ਇਹ ਮਾਲਾ ਨਾਲ ਚਲੇ ਜਾਂਦੀ ਆ, ਇਹ ਮਾਲਾ ਨਾਲ ਲੈ ਕੇ ਜਾਂਦੇ ਆ। ਉੱਥੇ ਜਾ ਕੇ ਵੀ ਉਹ ਜਿਹੜੇ ਹੈਗੇ, ਇਹ ਮਾਲਾ, ਇਹ ਅੰਮ੍ਰਿਤ, ਇਹਨੂੰ ਪੀਂਦੇ ਰਹਿੰਦੇ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਂ ਕਿ ਸੰਗ ਜਾਏ। ਇੱਕ ਹੋਰ ਆਖਰੀ ਸ਼ਬਦ ਲੈ ਲਈਏ ਜੀ। ਆਸਾ ਮਹੱਲਾ ਪੰਜਵਾਂ। ਜਿਸ ਕਾ ਸਭ ਕਿਛ ਤਿਸ ਕਾ ਹੋਏ, ਜਿਸ ਕਾ ਸਭ ਕਿਛ ਤਿਸ ਕਾ ਹੋਏ। ਜਿਸ ਕਾ ਸਭ ਕਿਛ ਤਿਸ ਕਾ ਹੋਏ। ਕਹਿੰਦੇ ਜਿਸ ਮਾਲਕ ਪਰਮਾਤਮਾ ਦਾ ਸਾਰਾ ਕੁਛ ਹੈਗਾ, ਸਾਰਾ ਕੁਛ ਉਸ ਮਾਲਕ ਪਰਮਾਤਮਾ ਦਾ ਹੈਗਾ। ਕਹਿੰਦੇ ਉਸ ਮਾਲਕ ਪਰਮਾਤਮਾ ਦਾ ਜਿਹੜਾ ਹੋ ਜਾਏਗਾ, ਜਿਹੜਾ ਵੀ ਉਸ ਮਾਲਕ ਪਰਮਾਤਮਾ ਦਾ ਹੋ ਜਾਏਗਾ। ਦੇਖ ਲਓ ਕਿੰਨਾ ਈਜ਼ੀ ਹੈਗਾ ਵੀ ਮਾਲਕ ਦਾ ਬਣਨਾ। ਮਾਲਕ ਦਾ ਬਣ ਜੀ ਆਪਾਂ, ਮਾਲਕ ਬਸ ਆਪਣੇ ਆਪ ਨੂੰ ਸਮਰਪਿਤ ਕਰ ਦਈਏ। ਜਿਸ ਕਾ ਸਭ ਕੁਛ ਤਿਸ ਕਾ ਹੋਏ, ਜਿਹਦਾ ਸਾਰਾ ਕੁਛ ਹੈਗਾ ਉਹਦਾ ਹੋ ਜਾ। ਤਿਸ ਜਨ ਲੇਪ ਨਾ ਵਿਆਪੈ ਕੋਏ। ਉਹਨੂੰ ਕੋਈ ਚੀਜ਼ ਮਾਇਆ ਜਿਹੜੀ ਹੈਗੀ ਆ, ਨਹੀਂ ਉਹਨੂੰ ਜਿਹੜੀ ਹੈਗੀ ਆਪਣੇ ਚੰਗੁਲ 'ਚ ਲੈ ਸਕਦੀ, ਨਹੀਂ ਉਹਨੂੰ ਲਿਪਟਾ ਸਕਦੀ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਨਾਲ। ਜਿਸ ਕਾ ਸਭ ਕੁਛ ਤਿਸ ਕਾ ਹੋਏ, ਤਿਸ ਜਨ ਲੇਪ ਨਾ ਵਿਆਪੈ ਕੋਏ। ਹਰ ਕਾ ਸੇਵਕ ਸਦ ਹੀ ਮੁਕਤਾ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਸੇਵਕ ਜਿਹੜਾ ਹੈਗਾ, ਉਹ ਹਮੇਸ਼ਾ ਹੀ ਮੁਕਤ ਹੈਗਾ ਭਾਈ। ਜਿਹਨੇ ਆਪਣੇ ਆਪ ਨੂੰ ਉਹ ਮਾਲਕ ਦਾ ਗੋਲਾ ਬਣਾ ਲਿਆ। ਜਿਸ ਕਾ ਸਭ ਕੁਛ ਤਿਸ ਕਾ ਹੋ ਗਿਆ, ਜਿਹਦਾ ਉਹ ਮਾਲਕ ਪਰਮਾਤਮਾ ਦਾ ਜਿਹੜਾ ਹੋ ਗਿਆ, ਕਹਿੰਦੇ ਉਹਨੂੰ, ਉਹ ਹਮੇਸ਼ਾ ਮੁਕਤ ਹੈਗਾ, ਉਹਨੂੰ ਮਾਇਆ ਦਾ ਲੇਪ ਨਹੀਂ ਲੱਗ ਸਕਦਾ। ਹਰ ਕਾ ਸੇਵਕ ਸਦ ਹੀ ਮੁਕਤਾ, ਜੋ ਕਿਛ ਕਰੈ ਸੋਈ ਭਲ ਜਨ ਕੈ, ਅਤ ਨਿਰਮਲ ਦਾਸ ਕੀ ਜੁਗਤਾ ਰਹਾਓ। ਦੇਖ ਲਓ ਭਾਈ, ਫਿਰ ਉਹ ਕੰਪਲੇਂਟ ਨਹੀਂ ਕਰਦਾ ਕਿ ਮੈਨੂੰ ਇਸ ਤਰ੍ਹਾਂ ਦੁੱਖ ਕਿਉਂ, ਮੈਨੂੰ ਆ ਕਿਉਂ ਆ ਗਿਆ। ਕਹਿੰਦੇ ਜੋ ਕੁਛ ਮਾਲਕ ਪਰਮਾਤਮਾ ਕਰਦਾ ਹੈ, ਜੋ ਕੁਛ ਕਰੇ ਸੋਈ ਭਲ ਜਨ ਕੋ। ਕਹਿੰਦੇ ਮੇਰੇ ਲਈ ਬਹੁਤ ਵਧੀਆ ਹੈ, ਆਹੀ ਮੇਰਾ ਭਲਾ, ਇਹਦੇ 'ਚ ਹੀ ਮੇਰਾ ਭਲਾ ਹੈ। ਜੋ ਕੁਛ ਕਰੇ ਸੋਈ ਭਲ ਜਨ ਕੈ, ਅਤ ਨਿਰਮਲ ਦਾਸ ਕੀ ਜੁਗਤਾ। ਇੰਨੀ ਨਿਰਮਲ ਆ ਉਹਦੀ ਜੁਗਤੀ ਦਾਸ ਦੀ।
ਉਹ ਜਿਹੜੀ ਯੁਕਤੀ ਧਿਆਨ ਸਿਮਰਨ ਵਾਲੀ ਉਹਦੇ ਨਾਲ ਨਿਰਮਲ ਹੋਈ ਜਾ ਰਿਹਾ ਹੈ। ਰਹਾਓ ਸਗਲ ਤਿਆਗ ਹਰ ਸਰਣੀ ਆਇਆ, ਸਾਰਾ ਕੁਝ ਤਿਆਗਤਾ ਉਹਨੇ। ਤਿਆਗਤਾ ਕੀ ਮਤਲਬ? ਇਹ ਥੋੜੀ ਨਾ ਵੀ ਘਰ ਗ੍ਰਸਤੀ ਟੱਬਰ ਸਾਰਾ ਛੱਡ ਦਿੱਤਾ, ਨਾ, ਅੰਦਰੋਂ ਜਿਹੜੀ ਹੈਗੀ ਅਟੈਚਮੈਂਟ ਜਿਹੜੀ ਹੈ, ਮੋਹ ਜਿਹੜਾ ਹੈਗਾ ਉਹ ਤਿਆਗ ਦਿੱਤਾ। ਸਗਲ ਤਿਆਗ ਹਰ ਸਰਣੀ ਆਇਆ, ਉਹ ਮਾਲਕ ਪਰਮਾਤਮਾ ਦਾ ਅੰਦਰ ਹੈਗਾ, ਉਹਦੀ ਸ਼ਰਨ ਦੇ ਵਿੱਚ ਆ ਗਿਆ। ਤਿਸ ਜਨ ਕਹਾਂ ਵਿਆਪੇ ਮਾਇਆ, ਉਹਨੂੰ ਹੁਣ ਮਾਇਆ ਕਹਿੰਦੇ ਕਿੱਥੇ ਵਿਆਪ ਸਕਦੀ ਹੈ, ਕਿਵੇਂ ਲੱਗ ਸਕਦੀ ਹੈ ਮਾਇਆ, ਕਿਵੇਂ ਜਿਹੜਾ ਹੈਗਾ ਇਹ ਜਿਹੜਾ ਹੈਗਾ ਕਾਲ ਉਹਨੂੰ ਜਿਹੜਾ ਹੈਗਾ ਆਪਣੇ ਜਾਲ 'ਚ ਫਸਾ ਸਕਦਾ ਹੈ। ਨਾਮ ਨਿਧਾਨ ਜਾ ਕੇ ਮਨ ਮਾਹੇ, ਤਿਸ ਕੋ ਚਿੰਤਾ ਸੁਪਨੇ ਨਾ ਹੈ। ਜਿਹਦੇ ਕੋਲ ਨਾਮ ਰੂਪੀ ਇੰਨਾ ਕੀਮਤੀ ਜਿਹੜਾ ਖਜ਼ਾਨਾ ਹੈਗਾ ਜਿਹਦੇ ਅੰਦਰ, ਜਿਹਦੇ ਮਨ ਦੇ ਵਿੱਚ, ਕਹਿੰਦੇ ਉਹਨੂੰ ਚਿੰਤਾ ਕਿਵੇਂ, ਸੁਪਨੇ ਦੇ ਵਿੱਚ ਵੀ ਚਿੰਤਾ ਨਹੀਂ ਸਤਾ ਸਕਦੀ। ਕਹੋ ਨਾਨਕ ਗੁਰ ਪੂਰਾ ਪਾਇਆ, ਪਰਮ ਮੋਹ ਸਗਲ ਬਿਨਸਾਇਆ। ਔਰ ਇਹ ਕਿਸ ਤਰ੍ਹਾਂ ਹੋਇਆ ਸਾਰਾ ਕੁਛ ਇਹ ਕਾਰਵਾਈ? ਕਹਿੰਦੇ ਪਾਏ ਪੂਰਾ ਗੁਰੂ ਜਿਹੜਾ ਹੈਗਾ, ਪੂਰੇ ਗੁਰੂ ਦੇ ਲੜ ਲੱਗਣ ਦੇ ਨਾਲ, ਪੂਰੇ ਗੁਰੂ ਦੀ ਮੱਤ ਲੈਣ ਦੇ ਨਾਲ, ਪੂਰੇ ਗੁਰੂ ਜੋ ਕਹਿ ਰਿਹਾ ਉਹ ਕਾਰਵਾਈ ਕਰਨ ਦੇ ਨਾਲ, ਇਹ ਜੋ ਮਾਲਕ ਨੇ ਜਿਹੜਾ ਹੈ ਭਰਮ ਜਾ ਅੰਧੇਰਾ ਮੋਹ ਦਾ ਅਟੈਚਮੈਂਟ ਦਾ ਚੋਗਾ ਜੋ ਖਿਲਾਰਿਆ ਹੋਇਆ ਸੀਗਾ, ਉਹ ਸਾਰਾ ਦਾ ਸਾਰਾ ਕਹਿੰਦੇ ਆ ਬਿਨਸ ਗਿਆ ਭਾਈ। ਉਹ ਸਾਰਾ ਦਾ ਸਾਰਾ ਸਾਹਮਣੇ ਸਾਰਾ ਕੁਛ ਹੈਗਾ, ਔਰ ਉਹ ਜਿਹੜਾ ਹੈਗਾ ਉਸ 'ਤੇ ਨਹੀਂ ਡਿੱਗਦਾ, ਉਸ 'ਚੋਂ ਜਿਹੜਾ ਹੈਗਾ ਉਹ ਨਹੀਂ, ਉਹਦਾ ਇੰਟਰਸਟ ਹੈਗਾ ਉਹਦੇ ਵਿੱਚ। ਕਹੋ ਨਾਨਕ ਗੁਰ ਪੂਰਾ ਪਾਇਆ, ਪਰਮ ਮੋਹ ਸਗਲ ਬਿਨਸਾਇਆ। ਇਹ ਤਾਂ ਚੱਲੀ ਜਾਣੇ ਜੀ, ਤੇ ਸਮਾਂ ਹੋ ਗਿਆ, ਇਸ ਕਰਕੇ ਆਪਾਂ ਇੱਥੇ ਸੰਕੋਚਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀ ਦੇ ਤਾਂ 43 ਮੋਤੀ ਹੈਗੇ ਮੇਰੇ ਖਿਆਲ 'ਚ, ਕਾਫੀ ਲੜੀ ਵੱਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।